ਸਤਿ ਸ਼੍ਰੀ ਅਕਾਲ ਜੀ। ਆਪਾਂ ਵਾਅਦੇ ਦੇ ਮੁਤਾਬਕ ਤੁਹਾਡੇ ਲਈ ਕੰਪਿਊਟਰ ਮੌਕ ਟੈਸਟ ਲੈ ਕੇ ਆਏ ਹਾਂ, ਜੋ ਕਿ ਤੁਹਾਡੇ ਲਈ ਸਬ ਇੰਸਪੈਕਟਰ ਹੈੱਡ ਕਾਂਸਟੇਬਲ ਐਗਜ਼ਾਮ ਦੇ ਲਈ ਦੂਜਾ ਮੌਕ ਟੈਸਟ ਹੈ। ਪਹਿਲਾ ਮੌਕ ਟੈਸਟ ਆਪਾਂ ਜੀਕੇ ਦੇ 30 ਪ੍ਰਸ਼ਨਾਂ ਦਾ ਮੌਕ ਟੈਸਟ ਲੈ ਕੇ ਆਏ ਸੀ, ਠੀਕ ਹੈ ਨਾ। ਅਤੇ ਇਹ ਦੂਜਾ ਮੌਕ ਟੈਸਟ ਹੈ। ਅਤੇ ਤੁਸੀਂ ਪਹਿਲੇ ਮੌਕ ਟੈਸਟ ਨੂੰ ਬਹੁਤ ਹੀ ਵਧੀਆ ਰਿਸਪੌਂਸ ਦਿੱਤਾ, ਅਤੇ ਉਹਦੇ ਵਿੱਚ ਤੁਸੀਂ ਦੱਸਿਆ ਵੀ ਤੁਹਾਡੇ ਕਿੰਨੇ ਸਹੀ ਆ ਕਿੰਨੇ ਗਲਤ ਆ, ਠੀਕ ਹੈ ਨਾ। ਅਤੇ ਇਸ ਮੌਕ ਟੈਸਟ ਦਾ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਵੀ ਕਿੰਨੇ ਪ੍ਰਸ਼ਨ ਤੁਹਾਡੇ ਸਹੀ ਆ ਅਤੇ ਕਿੰਨੇ ਗਲਤ ਆ। ਅਤੇ ਇਹ ਮੌਕ ਟੈਸਟ ਬਿਲਕੁਲ ਜੋ ਤੁਹਾਡਾ ਪੰਜਾਬ ਪੁਲਿਸ SI ਅਤੇ ਹੈੱਡ ਕਾਂਸਟੇਬਲ ਦਾ ਸਿਲੇਬਸ ਆ ਕੰਪਿਊਟਰ ਦਾ, ਉਸ ਦੇ ਉੱਤੇ ਆਧਾਰਿਤ ਹੈ। ਅਤੇ ਆਪਾਂ ਪੂਰੇ ਉਹਨਾਂ ਦੇ ਟੌਪਿਕਾਂ ਦੇ ਹੀ ਪ੍ਰਸ਼ਨ ਇਹ ਬਣਾਏ ਨੇ, ਠੀਕ ਹੈ ਨਾ। ਅਤੇ ਆਪਾਂ ਇਸ ਨੂੰ ਇੰਗਲਿਸ਼ 'ਚ ਤਾਂ ਲੈ ਕੇ ਆਏ ਹਾਂ ਕਿਉਂਕਿ ਹਰੇਕ ਨੂੰ ਕੰਪਿਊਟਰ ਪੰਜਾਬੀ 'ਚ ਸਮਝ ਨਹੀਂ ਆਉਂਦਾ, ਇੰਗਲਿਸ਼ 'ਚ ਈਜ਼ੀਲੀ ਸਮਝ ਆ ਜਾਂਦਾ। ਮੈਂ ਫਿਰ ਵੀ ਸਟੇਟਮੈਂਟ ਮੈਂ ਪੜ੍ਹੂੰਗਾ, ਕੁਐਸਚਨ ਮੈਂ ਪੜ੍ਹੂੰਗਾ ਪੰਜਾਬੀ ਦੇ ਵਿੱਚ ਤੁਹਾਨੂੰ ਸਮਝਾਉਣ ਦੇ ਲਈ, ਬਾਕੀ ਤੁਸੀਂ ਇੰਗਲਿਸ਼ ਦੇ ਵਿੱਚ ਪੜ੍ਹ ਹੀ ਸਕਦੇ ਹੋ, ਠੀਕ ਹੈ ਨਾ। ਅਤੇ 30 ਤਰੀਕ ਤੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਆਪਣੇ ਪ੍ਰੈਕਟਿਸ ਟੈਸਟ ਆ ਜਾਣੇ, ਮੌਕ ਟੈਸਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਅਤੇ ਉਹ ਤੁਹਾਨੂੰ ਆ ਜਾਣੇ, ਠੀਕ ਹੈ ਨਾ। ਉਹ ਤੁਹਾਡਾ ਕੌਨਫੀਡੈਂਸ ਵਧਾ ਦੇਣਗੇ ਅਗਰ ਤੁਸੀਂ ਉਹਨਾਂ ਨੂੰ ਪ੍ਰੈਕਟਿਸ ਕਰ ਲਓਗੇ। ਐਗਜ਼ਾਮ ਦੇ ਵਿੱਚ ਬਹਿ ਕੇ ਤੁਹਾਨੂੰ ਭੋਰਾ ਵੀ ਟੈਨਸ਼ਨ ਨਹੀਂ ਹੋਏਗੀ, ਕਿਉਂਕਿ ਇਸ ਲੈਵਲ ਦੇ ਆਪਾਂ ਉਹ ਮੌਕ ਟੈਸਟ ਤਿਆਰ ਕੀਤੇ ਆ। ਅਤੇ ਇੰਨਾ ਕੁ ਹਾਰਡ ਲੈਵਲ ਰੱਖਿਆ ਆਪਾਂ ਨੇ ਕਿ ਤੁਹਾਨੂੰ ਐਗਜ਼ਾਮ ਸੈਂਟਰ ਦੇ ਵਿੱਚ ਜਾ ਕੇ ਡਰ ਹੀ ਨਹੀਂ ਲੱਗੇਗਾ, ਕਿਉਂਕਿ ਤੁਸੀਂ ਇੰਨਾ ਹਾਰਡ ਲੈਵਲ ਪਹਿਲਾਂ ਹੀ ਸਹਿ ਚੁੱਕੇ ਹੋਵੋਗੇ, ਠੀਕ ਹੈ ਨਾ। 30 ਤਰੀਕ ਤੱਕ ਮਿਲਣੇ ਸ਼ੁਰੂ ਹੋ ਜਾਣੇ, ਅਤੇ ਉਹ ਮੌਕ ਟੈਸਟ ਲੈਣ ਲਈ ਤੁਹਾਨੂੰ ਟੈਲੀਗ੍ਰਾਮ ਚੈਨਲ ਜੁਆਇਨ ਕਰਨਾ ਪੈਣਾ ਸਾਡਾ। ਟੈਲੀਗ੍ਰਾਮ ਚੈਨਲ ਤੁਸੀਂ ਜਾ ਕੇ ਟੈਲੀਗ੍ਰਾਮ ਦੇ ਵਿੱਚ GK ਫੈਕਟਸ ਲਿਖ ਕੇ ਸਰਚ ਬਾਕਸ ਦੇ ਵਿੱਚ ਸਰਚ ਕਰ ਸਕਦੇ ਹੋ, ਜਾਂ ਫਿਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦੇ ਮਿਲ ਜਾਵੇਗਾ ਲਿੰਕ। ਉਹ ਲਿੰਕ ਡਾਇਰੈਕਟ ਤਾਂ ਕਲਿੱਕ ਨਹੀਂ ਹੁੰਦਾ, ਤੁਸੀਂ ਉਹ ਲਿੰਕ ਨੂੰ ਕਾਪੀ ਕਰ ਸਕਦੇ ਹੋ, ਉੱਥੋਂ WhatsApp 'ਤੇ ਜਾ ਕੇ ਸੈਂਡ ਕਰਕੇ ਕਿਸੇ ਨੂੰ ਉੱਥੋਂ ਤੋਂ ਕਲਿੱਕ ਕਰਕੇ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ। ਜਾਂ ਫਿਰ ਸੌਖਾ ਤਰੀਕਾ ਇਹੀ ਆ, ਟੈਲੀਗ੍ਰਾਮ ਦੇ ਵਿੱਚ ਜਾਓ, GK ਫੈਕਟਸ ਲਿਖੋ, ਉੱਥੋਂ ਜਾ ਕੇ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ। ਅਸੀਂ ਨਵਾਂ ਅਪਡੇਟ ਕੋਈ ਵੀ ਆਉਂਦਾ ਸਾਰਾ ਉਸੇ ਚੈਨਲ ਦੇ ਵਿੱਚ ਪਾਉਂਦੇ ਹਾਂ, ਅਤੇ ਮੌਕ ਟੈਸਟ ਵੀ ਤੁਹਾਨੂੰ ਉਸੇ ਚੈਨਲ ਦੇ ਥਰੂ ਮਿਲਣਗੇ, ਠੀਕ ਹੈ ਨਾ। ਇਹ ਹੋ ਗਿਆ ਮੌਕ ਟੈਸਟ ਦੀ ਗੱਲ। ਅਤੇ ਆਪਾਂ ਲੈਵਲ ਨੂੰ ਹਰੇਕ ਮੌਕ ਟੈਸਟ ਦਾ ਵਧਾਉਂਦੇ ਜਾਣਾ, ਆਪਾਂ ਰੈਗੂਲਰ ਤੁਹਾਡੇ ਲਈ ਮੌਕ ਟੈਸਟ ਹੀ ਲੈ ਕੇ ਆਉਣੇ ਆ। ਅਤੇ ਰਿਕੁਐਸਟ ਹੈ ਕਿ ਆਪਣੇ ਦੋਸਤ ਮਿੱਤਰ ਜੋ ਵੀ ਭੈਣ ਭਰਾਵਾਂ ਨੇ ਭਰੇ ਹੈ ਇਹ ਪੇਪਰ SI ਅਤੇ ਹੈੱਡ ਕਾਂਸਟੇਬਲ ਦਾ, ਜੋ ਕਿ 14-15 ਤਰੀਕ ਤੋਂ ਸ਼ੁਰੂ ਹੋ ਜਾਣੇ ਆ ਅਕਤੂਬਰ ਦੇ, ਤੁਸੀਂ ਉਹਨਾਂ ਸਾਰਿਆਂ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਆ, ਤਾਂ ਜੋ ਆਪਾਂ ਨੂੰ ਵਧੀਆ ਰਿਸਪੌਂਸ ਮਿਲ ਸਕੇ, ਆਪਾਂ ਨੂੰ ਲੱਗੇ ਵੀ ਆਪਣੇ ਨਾਲ ਬਹੁਤ ਸਾਰੇ ਬੰਦੇ ਜੁੜੇ ਹੋਏ ਆ, ਅਤੇ ਆਪਾਂ ਰੂਟੀਨ ਦੇ ਵਿੱਚ 2-2 ਵੀਡੀਓ ਇਹਦੀਆਂ ਲੈ ਕੇ ਆਈਏ, ਜਿਸ ਨਾਲ ਤੁਹਾਡੀ ਵਧੀਆ ਪ੍ਰੈਕਟਿਸ ਹੋ ਜਾਵੇਗੀ, ਠੀਕ ਹੈ ਨਾ। ਆਪਾਂ ਹੁਣ ਬਹੁਤਾ ਟਾਈਮ ਨਹੀਂ ਖਰਾਬ ਕਰਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ। ਰਿਕੁਐਸਟ ਹੈ ਕਿ ਸਾਰਿਆਂ ਨੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਮੈਂਟ ਕਰਕੇ ਕਿ ਉਹਨਾਂ ਦੇ ਕਿੰਨੇ ਪ੍ਰਸ਼ਨ ਸਹੀ ਗਏ। ਪਹਿਲਾ ਪ੍ਰਸ਼ਨ ਆ ਗਿਆ, ਵਿਚ ਇਲੈਕਟ੍ਰੋਨਿਕ ਕੰਪੋਨੈਂਟ ਆਰ ਯੂਜ਼ਡ ਇਨ 3rd ਜਨਰੇਸ਼ਨ ਕੰਪਿਊਟਰ। ਕਹਿੰਦੇ ਪੰਜਾਬੀ 'ਚ ਦੱਸਦਾ ਤੁਹਾਨੂੰ, ਕਹਿੰਦੇ ਤੀਜੀ ਪੀੜ੍ਹੀ ਹੈ ਜਿਹੜੀ ਕੰਪਿਊਟਰ ਜਨਰੇਸ਼ਨ ਆ, ਮਤਲਬ ਕਿ ਤੀਜੀ, ਉਹਦੇ ਵਿੱਚ ਕਿਹੜਾ ਕੰਪੋਨੈਂਟ ਯੂਜ਼ ਕੀਤਾ ਗਿਆ ਸੀ। ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ। ਸਵਾਲ ਲਈ ਸਮਾਂ ਸ਼ੁਰੂ ਹੋ ਗਿਆ, ਉੱਤਰ ਤੁਸੀਂ ਦੇਣਾ, ਦੇਖੋ, ਲਾਓ ਦਿਮਾਗ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਆਪਸ਼ਨ A। ਆਪਾਂ ਬਹੁਤਾ ਟਾਈਮ ਨਹੀਂ ਦੇਣਾ ਹੈਗਾ, 3 ਤੋਂ 5 ਸੈਕਿੰਡ ਦਾ ਸਮਾਂ ਦੇਵਾਂਗੇ, ਠੀਕ ਹੈ ਨਾ। ਫਿਰ ਵੀਡੀਓ ਲੰਬੀ ਹੋ ਜਾਂਦੀ ਹੈ, ਚੰਗਾ ਨਹੀਂ ਲੱਗਦਾ ਕਈਆਂ ਨੂੰ। ਅਤੇ ਦੂਜਾ ਪ੍ਰਸ਼ਨ ਹੈਗਾ, ਵਟ ਇਜ਼ ਸਾਈਬਰ ਸਿਕਿਉਰਿਟੀ। ਸਾਈਬਰ ਸਿਕਿਉਰਿਟੀ ਕਿਆ ਹੈ। ਚਾਰੇ ਆਪਸ਼ਨਾਂ ਤੁਹਾਡੇ ਸਾਹਮਣੇ ਆ, ਅਤੇ ਟਾਈਮ ਵੀ ਤੁਹਾਡਾ ਸ਼ੁਰੂ ਹੋ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈਗਾ, ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ D, ਠੀਕ ਹੈ ਨਾ। ਸਾਈਬਰ ਸਿਕਿਉਰਿਟੀ ਮਤਲਬ ਕਿ ਪ੍ਰੋਵਾਈਡ ਕਰਾਉਂਦੀ ਆਪਾਂ ਨੂੰ ਸਿਕਿਉਰਿਟੀ ਅਗੇਂਸਟ ਮਾਲਵੇਅਰ। ਜੇ ਮਾਲਵੇਅਰ ਕੋਈ ਵਾਇਰਸ ਆ ਗਿਆ ਕੰਪਿਊਟਰ ਦੇ ਵਿੱਚ, ਸਾਈਬਰ ਸਿਕਿਉਰਿਟੀ ਉਹਦੇ ਅਗੇਂਸਟ ਆਪਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਉਂਦੀ ਹੈ, ਠੀਕ ਹੈ ਨਾ। ਅਤੇ ਦੂਜੀ ਆਪਸ਼ਨ ਵੀ ਸਹੀ ਆ, ਸਾਈਬਰ ਸਿਕਿਉਰਿਟੀ ਪ੍ਰੋਵਾਈਡ ਸਿਕਿਉਰਿਟੀ ਅਗੇਂਸਟ ਸਾਈਬਰ ਟੈਰਰਿਸਟ। ਜਿਹੜੇ ਟੈਰਰਿਸਟ ਸਾਈਬਰ ਟੈਰਰਿਸਟ ਬੈਠੇ ਆ, ਠੀਕ ਹੈ ਨਾ, ਜਿਹੜੇ ਆਪਾਂ ਨੂੰ ਨੈੱਟ ਦੇ ਉੱਤੇ ਟੈਰਰਿਸਟ ਬੈਠੇ ਆ, ਆਪਣੇ ਡਾਟੇ ਨੂੰ ਹੈਕ ਕਰਦੇ ਆ, ਕੰਪਿਊਟਰ ਨੂੰ ਹੈਕ ਕਰਦੇ ਆ, ਠੀਕ ਹੈ ਨਾ, ਆਪਣੀ ਇਨਫੋਰਮੇਸ਼ਨ ਆਈਡੈਂਟੀਟੀ ਨੂੰ ਹੈਕ ਕਰਦੇ ਆ, ਉਹਨਾਂ ਦੇ ਅਗੇਂਸਟ ਸਿਕਿਉਰਿਟੀ ਪ੍ਰੋਵਾਈਡ ਕਰਨ ਲਈ ਵੀ ਸਾਈਬਰ ਸਿਕਿਉਰਿਟੀ ਆ। ਅਤੇ ਤੀਜਾ ਆ ਗਿਆ ਸਾਈਬਰ ਸਿਕਿਉਰਿਟੀ ਪ੍ਰੋਟੈਕਟ ਆ ਸਿਸਟਮ ਫਰੋਮ ਸਾਈਬਰ ਅਟੈਕ। ਇਹ ਸਿਸਟਮ ਨੂੰ ਆਪਣੇ ਨੂੰ, ਕੰਪਿਊਟਰਸ ਨੂੰ ਆਪਣੇ ਨੂੰ, ਸਰਵਰਸ ਨੂੰ ਆਪਣਿਆਂ ਨੂੰ, ਜਿੰਨੇ ਵੀ ਸਰਵਰ ਆ, ਠੀਕ ਹੈ, ਜਿੱਥੇ ਇਨਫੋਰਮੇਸ਼ਨ ਪਈਆਂ ਆਪਣੇ ਕੰਪਿਊਟਰ, ਉਹਨਾਂ ਨੂੰ ਸਾਈਬਰ ਅਟੈਕ ਤੋਂ ਬਚਾਉਂਦਾ ਹੈ, ਵੀ ਉੱਥੇ ਅਟੈਕ ਨਾ ਹੋ ਜਾਵੇ, ਆਪਣੇ ਡਾਟੇ ਨਾਲ ਛੇੜਛਾੜ ਨਾ ਹੋਵੇ, ਠੀਕ ਹੈ ਨਾ। ਉਹ ਵੀ ਸਾਈਬਰ ਸਿਕਿਉਰਿਟੀ ਦਾ ਹੀ ਕੰਮ ਆ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ ਤੀਜਾ, ਵਿਚ ਇਲੈਕਟ੍ਰੋਨਿਕ ਕੰਪੋਨੈਂਟ ਆਰ ਯੂਜ਼ਡ ਇਨ 4th ਜਨਰੇਸ਼ਨ ਕੰਪਿਊਟਰ। ਕਹਿੰਦੇ ਚੌਥੀ ਜਨਰੇਸ਼ਨ ਕੰਪਿਊਟਰ ਦੇ ਵਿੱਚ ਕਿਹੜੇ ਇਲੈਕਟ੍ਰੋਨਿਕ ਕੰਪੋਨੈਂਟਾਂ ਦੀ ਵਰਤੋਂ ਕੀਤੀ ਗਈ ਸੀ।
ਠੀਕ ਹੈ ਨਾ। ਚੌਥੀ ਪੀੜ੍ਹੀ ਹੈ ਜਿਹੜੀ ਕੰਪਿਊਟਰ ਜਨਰੇਸ਼ਨ ਆ, ਉਹਦੇ ਵਿੱਚ ਕਿਹੜੇ ਇਲੈਕਟ੍ਰੋਨਿਕ ਕੰਪੋਨੈਂਟ ਵਰਤੇ ਗਏ ਸੀ। ਸਮਾਂ ਤੁਹਾਡਾ ਸ਼ੁਰੂ ਹੋ ਗਿਆ ਅਤੇ ਆਨਸਰ ਜਲਦੀ ਦੇਣਾ ਤੁਸੀਂ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਆਪਸ਼ਨ ਡੀ, VLSI ਮੈਕਰੋ ਪ੍ਰੋਸੈਸਰ, ਜਿਹਨੂੰ ਆਪਾਂ ਫੁੱਲ ਫਾਰਮ ਦੇ ਵਿੱਚ ਕਹਿ ਦਿੰਦੇ ਹਾਂ ਵੈਰੀ ਲਾਰਜ ਸਕੇਲ ਇੰਟੀਗ੍ਰੇਟਡ ਮੈਕਰੋ ਪ੍ਰੋਸੈਸਰ, ਠੀਕ ਹੈ ਨਾ। ਅਤੇ ਮਤਲਬ ਕਿ ਵੈਰੀ ਲਾਰਜ ਸਕੇਲ ਇੰਟੀਗ੍ਰੇਟਡ VLSI ਮੈਕਰੋ ਪ੍ਰੋਸੈਸਰ ਵਰਤੇ ਗਏ ਸੀ ਚੌਥੀ ਜਨਰੇਸ਼ਨ ਕੰਪਿਊਟਰ ਦੇ ਵਿੱਚ, ਠੀਕ ਹੈ ਨਾ। ਅੱਗੇ ਆ ਗਿਆ ਪ੍ਰਸ਼ਨ ਚੌਥਾ, ਵਟ ਡਸ ਸਾਈਬਰ ਸਿਕਿਉਰਿਟੀ ਪ੍ਰੋਟੈਕਟ, ਕਹਿੰਦੇ ਸਾਈਬਰ ਸਿਕਿਉਰਿਟੀ ਕਿਆ ਪ੍ਰੋਟੈਕਟ ਕਰਦੀ ਆ। ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ। ਸਮਾਂ ਸ਼ੁਰੂ ਹੋ ਗਿਆ। ਸਾਈਬਰ ਸਿਕਿਉਰਿਟੀ ਪ੍ਰੋਟੈਕਟ ਕਰਦੀ ਆ, ਸਾਈਬਰ ਸਿਕਿਉਰਿਟੀ ਪ੍ਰੋਟੈਕਟ ਫਰੋਮ ਕ੍ਰਿਮੀਨਲਸ, ਆਪਾਂ ਨੂੰ ਕ੍ਰਿਮੀਨਲਸ ਤੋਂ ਬਚਾਉਂਦੀ ਹੈ ਸਾਈਬਰ ਸਿਕਿਉਰਿਟੀ, ਠੀਕ ਹੈ ਨਾ, ਠੀਕ ਹੈ ਨਾ। ਸਾਈਬਰ ਸਿਕਿਉਰਿਟੀ ਕ੍ਰਿਮੀਨਲਸ ਤੋਂ ਪ੍ਰੋਟੈਕਟ ਕਰਦੀ ਆ। ਅੱਗੇ ਗੱਲ ਕਰਦੇ ਹਾਂ, ਪ੍ਰਸ਼ਨ ਆ ਗਿਆ ਪੰਜਵਾਂ, ਵਿਚ ਇਲੈਕਟ੍ਰੋਨਿਕ ਕੰਪੋਨੈਂਟ ਆਰ ਯੂਜ਼ਡ ਇਨ 5th ਜਨਰੇਸ਼ਨ ਕੰਪਿਊਟਰ। ਅਤੇ ਸਮਾਂ ਸ਼ੁਰੂ ਹੋ ਗਿਆ। ਪੰਜਵੀਂ ਜਨਰੇਸ਼ਨ ਕੰਪਿਊਟਰ ਦੇ ਵਿੱਚ ਪੁੱਛਿਆ ਗਿਆ ਵੀ ਕਿਹੜੇ ਕੰਪੋਨੈਂਟ ਇਲੈਕਟ੍ਰੋਨਿਕ ਕੰਪੋਨੈਂਟ ਵਰਤੇ ਗਏ ਆ। ਤੁਸੀਂ ਉਹ ਕੰਪੋਨੈਂਟਾਂ ਦੇ ਸਿਲੈਕਟ ਕਰਨਾ ਚਾਰੇ ਆਪਸ਼ਨਾਂ 'ਚੋਂ ਕਿਹੜਾ ਕੰਪੋਨੈਂਟ ਆ। ਸਮਾਂ ਸ਼ੁਰੂ ਹੋ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ ਡੀ, ULSI ਮੈਕਰੋ ਪ੍ਰੋਸੈਸਰ, ਯਾਨੀ ਕਿ ਅਲਟਰਾ ਲਾਰਜ ਸਕੇਲ ਇੰਟੀਗ੍ਰੇਟਡ ਮੈਕਰੋ ਪ੍ਰੋਸੈਸਰ ਆ ਜਿਹੜੇ ਨਾ 5th ਜਨਰੇਸ਼ਨ ਕੰਪਿਊਟਰਸ ਦੇ ਵਿੱਚ ਵਰਤੇ ਗਏ ਆ, ਠੀਕ ਹੈ ਨਾ। ਪ੍ਰਸ਼ਨ ਅੱਗੇ ਆ ਗਿਆ ਛੇਵਾਂ, ਆਈਡੈਂਟੀਫਾਈ ਦੀ ਟਰਮ ਵਿਚ ਡਿਨੋਟਸ ਦੈਟ ਓਨਲੀ ਆਥੋਰਾਈਜ਼ਡ ਯੂਜ਼ਰਸ ਆਰ ਕੈਪੇਬਲ ਆਫ ਅਸੈਸਿੰਗ ਦੀ ਇਨਫੋਰਮੇਸ਼ਨ। ਕਹਿੰਦੇ ਆਈਡੈਂਟੀਫਾਈ ਕਰਨਾ ਕਿਹੜੇ ਯੂਜ਼ਰਸ ਨੂੰ ਕੋਈ ਇਨਫੋਰਮੇਸ਼ਨ ਆ ਮੰਨ ਲਓ ਅਸੈਸ ਕਰਨ ਦੀ ਕੈਪੇਬਿਲਿਟੀ ਮਿਲੀ ਹੋਈ ਆ, ਅਥੋਰਟੀ ਮਿਲੀ ਹੋਈ ਆ, ਠੀਕ ਹੈ ਨਾ। ਆਪਾਂ ਉਹ ਟਰਮ ਨੂੰ ਕਿਆ ਕਹੋਗੇ ਜਦੋਂ ਕਿਸੇ ਨੂੰ ਆਪਾਂ ਨੇ ਅਥੋਰਟੀ ਦੇ ਦਿੱਤੀ ਤੂੰ ਇਹ ਇਨਫੋਰਮੇਸ਼ਨ ਨੂੰ ਅਸੈਸ ਕਰ ਸਕਦਾ। ਮੰਨ ਲਓ ਤੁਸੀਂ ਆਪਣੇ ਕੰਪਿਊਟਰ ਦੇ ਡਾਟੇ ਨੂੰ ਅਸੈਸ ਕਰਨ ਲਈ ਕਿਸੇ ਨੂੰ ਅਥੋਰਟੀ ਦੇ ਦਿੱਤੀ, ਠੀਕ ਹੈ ਨਾ, ਤਾਂ ਉਹਨੂੰ ਆਪਾਂ ਟਰਮਨੋਲੋਜੀ 'ਚ ਕਿਆ ਕਹੋਗੇ ਵੀ ਉਹਦੇ ਲਈ ਕਿਆ ਚੀਜ਼ ਅਵੇਲੇਬਲ ਹੋਊਗੀ। ਆਪਸ਼ਨ ਆ ਤੁਹਾਡੇ ਸਾਹਮਣੇ ਆ ਅਤੇ ਆਨਸਰ ਵੀ ਤੁਸੀਂ ਦੇਣਾ। ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ ਬੀ, ਅਵੇਲੇਬਿਲਟੀ, ਠੀਕ ਹੈ ਨਾ। ਉਹਦੇ ਲਈ ਆਪਣਾ ਡਾਟਾ ਅਵੇਲੇਬਲ ਹੋ ਗਿਆ, ਉਹ ਆਥੋਰਾਈਜ਼ਡ ਹੋ ਗਿਆ ਯੂਜ਼ਰ, ਉਹ ਯੂਜ਼ ਕਰ ਸਕਦਾ ਉਸ ਡਾਟੇ ਨੂੰ ਜਿਹੜੇ ਤੁਸੀਂ ਅਥੋਰਟੀ ਉਹਨੂੰ ਦੇ ਦਿੱਤੀ ਆ। ਅੱਗੇ ਆ ਗਿਆ ਪ੍ਰਸ਼ਨ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਟਾਈਪ ਆਫ ਵਾਇਰਸ। ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਅਤੇ ਇਹ ਪੁੱਛਿਆ ਗਿਆ ਇਸ ਪ੍ਰਸ਼ਨ ਦੇ ਵਿੱਚ ਇਹਨਾਂ 'ਚੋਂ ਕਿਹੜਾ ਵਾਇਰਸ ਨਹੀਂ ਹੈ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਟਰੋਜਨਸ। ਟਰੋਜਨਸ ਆਪਣਾ ਟਰੋਜਨਸ ਆ ਜਿਹੜਾ ਇਹ ਵਾਇਰਸ ਨਹੀਂ ਹੈਗਾ, ਵਾਇਰਸ ਦੀ ਟਾਈਪ ਨਹੀਂ ਹੈਗੀ। ਵਾਇਰਸ ਦੀ ਟਾਈਪ ਪੁੱਛਿਆ ਗਿਆ ਵੀ ਕਿਹੜੇ ਕਿਹੜੇ ਟਾਈਪ ਦੇ ਵਾਇਰਸ ਹੁੰਦੇ ਆ। ਟਰੋਜਨ ਇਜ਼ ਨਾਟ ਅ ਟਾਈਪ ਆਫ ਵਾਇਰਸ। ਟਰੋਜਨ ਵਾਇਰਸ ਹੋ ਸਕਦਾ, ਟਰੋਜਨ ਟਾਈਪ ਨਹੀਂ ਹੋ ਸਕਦੀ ਵਾਇਰਸ ਦੀ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ, ਅਗਲਾ 8ਵਾਂ ਪ੍ਰਸ਼ਨ ਆ ਗਿਆ। ਮੈਂ ਉਸ ਤੋਂ ਪਹਿਲਾਂ ਤੁਹਾਨੂੰ ਰੋਕ ਕੇ ਥੋੜ੍ਹਾ ਸਮਝਾਉਣਾ ਚਾਹੁੰਦਾ, ਜਿਹੜੇ 30 ਤਰੀਕ ਤੱਕ ਮੌਕ ਟੈਸਟ ਆ ਰਹੇ ਆ, ਤੁਹਾਨੂੰ ਵਾਰ-ਵਾਰ ਕਹਿ ਰਹੇ ਹਾਂ ਬਹੁਤ ਹੀ ਹਾਰਡ ਲੈਵਲ, ਬਹੁਤ ਹੀ ਮਿਹਨਤ ਕਰਕੇ ਬਣਾਏ ਗਏ ਆ। ਆਪਾਂ ਦਿਨ ਰਾਤ ਜਾ ਕੇ ਤਿਆਰ ਕਰ ਰਹੇ ਹਾਂ, ਹਜੇ ਰਹਿੰਦੇ ਹਾਂ ਥੋੜ੍ਹੇ ਜਿਹੇ, ਠੀਕ ਹੈ ਨਾ। ਅਤੇ ਤੁਸੀਂ ਉਹਨਾਂ ਨੂੰ ਇੱਕ ਵਾਰੀ ਅਟੈਂਪਟ ਕਰ ਲਓਗੇ ਤਾਂ ਤੁਹਾਡਾ ਕੌਨਫੀਡੈਂਸ ਲੈਵਲ 99% 'ਤੇ ਚੱਲ ਜਾਏਗਾ ਪੇਪਰ ਤੋਂ ਪਹਿਲਾਂ, ਕਿਉਂਕਿ ਤੁਸੀਂ ਉਸ ਲੈਵਲ ਦਾ ਟੈਸਟ ਪਹਿਲਾਂ ਹੀ ਦੇ ਚੁੱਕੇ ਹੋਵੋਗੇ, ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਵੇਗੀ, ਠੀਕ ਹੈ ਨਾ। ਉਹ ਟੈਸਟ ਤੁਸੀਂ ਜ਼ਰੂਰ ਪ੍ਰੈਕਟਿਸ ਕਰਨੇ ਹੀ ਕਰਨੇ, ਮੇਰੇ ਕਹਿਣ 'ਤੇ ਤੁਹਾਨੂੰ ਬਹੁਤ ਫਾਇਦਾ ਹੋਵੇਗਾ, ਠੀਕ ਹੈ ਨਾ। ਅੱਗੇ ਆ ਗਿਆ ਪ੍ਰਸ਼ਨ 8ਵਾਂ, ਇਹ ਕੰਪਿਊਟਰ ਡੈਸ਼ ਇਜ਼ ਆ ਮਲੀਸ਼ੀਅਸ ਕੋਡ ਵਿਚ ਸੈਲਫ ਰੈਪਲੀਕੇਟਸ ਬਾਈ ਕਾਪਿੰਗ ਇਟ ਸੈਲਫ ਟੂ ਅਦਰ ਪ੍ਰੋਗਰਾਮਸ। ਕਹਿੰਦੇ ਕੰਪਿਊਟਰ ਦਾ ਡੈਸ਼ ਇੱਕ ਮਲੀਸ਼ੀਅਸ ਕੋਡ ਹੈ ਜਿਹੜਾ ਆਪਣੇ ਆਪ ਦੀਆਂ ਕਾਪੀਆਂ ਬਣਾਉਂਦਾ ਰਹਿੰਦਾ, ਆਪਣੇ ਆਪ ਦੀਆਂ ਡੁਪਲੀਕੇਟ ਕਾਪੀਆਂ ਬਣਾਉਂਦਾ ਰਹਿੰਦਾ। ਅਤੇ ਪਹਿਲੀ ਕਾਪੀ ਇੱਕ ਪ੍ਰੋਗਰਾਮ 'ਚ ਪੈ ਗਈ, ਮੰਨ ਲਓ ਇੱਕ ਪ੍ਰੋਗਰਾਮ ਨੂੰ ਜਾ ਕੇ ਚਿੰਬੜ ਗਈ, ਦੂਜੀ ਕਾਪੀ ਦੂਜੇ ਪ੍ਰੋਗਰਾਮ ਨੂੰ ਜਾ ਕੇ ਚਿੰਬੜ ਗਈ। ਉਹ ਕਿਹੜੀ ਇਹੋ ਜਿਹੇ ਕੰਪਿਊਟਰ ਦਾ ਮਲੀਸ਼ੀਅਸ ਕੋਡ ਆ ਜਿਹੜਾ ਨਾ ਹਰੇਕ ਪ੍ਰੋਗਰਾਮ ਦੇ ਨਾਲ ਆਪਣੀ ਡੁਪਲੀਕੇਟ ਕਾਪੀ ਬਣਾ ਕੇ ਖੜ ਜਾਂਦਾ, ਠੀਕ ਹੈ ਨਾ। ਇਹੋ ਜਿਹਾ ਉਹ ਦੱਸਣਾ, ਤੁਸੀਂ ਉਹਦੇ ਬਾਰੇ ਗੱਲ ਕਰਨੀ ਆ, ਹੁਣ ਤੁਸੀਂ ਉਹ ਦੱਸਣਾ। ਸਮਾਂ ਵੀ ਸ਼ੁਰੂ ਹੋ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈ ਕਿ ਦੋਸਤੋ ਵਾਇਰਸ। ਵਾਇਰਸ ਹਮੇਸ਼ਾ ਹੀ ਆਪਣੀਆਂ ਕਾਪੀਆਂ ਬਣਾਉਂਦਾ ਰਹਿੰਦਾ, ਆਪਣੀ ਡੁਪਲੀਕੇਟ ਕਾਪੀਆਂ, ਠੀਕ ਹੈ ਨਾ। ਉਹ ਮਤਲਬ ਕਿ ਆਪਾਂ ਕਹਿ ਦਿੰਦੇ ਹਾਂ ਕੰਪਿਊਟਰ 'ਚ ਵਾਇਰਸ ਆ ਗਿਆ, ਵਾਇਰਸ ਆ ਗਿਆ ਮਤਲਬ ਸਾਰੀਆਂ ਫਾਈਲਾਂ ਕਰਪਟ ਕਰਤੀਆਂ। ਕਿਵੇਂ ਕਰਤੀਆਂ? ਉਹ ਆਪਣੀ ਕਾਪੀ ਬਣਾਉਂਦਾ ਰਹਿੰਦਾ, ਹਰੇਕ ਫਾਈਲ ਦੇ ਨਾਲ ਜਾ ਕੇ ਜੁੜ ਜਾਂਦਾ। ਉਹਨੂੰ ਕਹਿੰਦੇ ਕੰਪਿਊਟਰ ਵਾਇਰਸ, ਵੀ ਸਾਰਾ ਕੁਝ ਹੈਕ ਕਰਤਾ ਉਹਨੇ, ਤਾਂ ਸਾਰਾ ਸਿਸਟਮ ਹੀ ਖਰਾਬ ਕਰਤਾ। ਅੱਗੇ ਆ ਗਿਆ ਪ੍ਰਸ਼ਨ 9ਵਾਂ, ਵਿਚ ਆਫ ਦੈਮ ਇਜ਼ ਨਾਟ ਆ ਆਈਡੀਅਲ ਵੇ ਆਫ ਸਪਰੈਡਿੰਗ ਦੀ ਵਾਇਰਸ।
ਚਾਰੇ ਆਪਸ਼ਨ ਤੁਹਾਡੇ ਸਾਹਮਣੇ ਤੇ ਇਸ ਸਵਾਲ ਲਈ ਸਮਾਂ ਤੁਹਾਡਾ ਸ਼ੁਰੂ ਹੋ ਗਿਆ। ਮੈਂ ਪੰਜਾਬੀ ਦੇ ਵਿੱਚ ਫੇਰ ਸਮਝਾ ਦਿੰਦਾ। ਕਹਿੰਦੇ ਨੀਚੇ ਦਿੱਤੀਆਂ ਹੋਈਆਂ ਜਿਹੜੀਆਂ ਚਾਰੇ ਟਰਮਾਂ ਦੇ ਵਿੱਚ ਕਿਹੜਾ ਵਾਇਰਸ ਫੈਲਾਉਣ ਲਈ ਠੀਕ ਨਹੀਂ ਹੈ, ਮਤਲਬ ਵਾਇਰਸ ਨਹੀਂ ਫੈਲਾਉਂਦਾ, ਮਤਲਬ ਕਿ ਕਹਿਣ ਦਾ ਚਾਰੇ ਆਪਸ਼ਨਾਂ 'ਚੋਂ ਕਿਹੜੀ ਚੀਜ਼ ਦੇ ਥਰੂ ਵਾਇਰਸ ਨਹੀਂ ਫੈਲ ਸਕਦਾ। ਠੀਕ ਹੈ ਨਾ, ਸਮਾਂ ਤੁਹਾਡਾ ਖਤਮ ਹੋ ਗਿਆ। ਇਸ ਸਵਾਲ ਦਾ ਉੱਤਰ ਹੈਗਾ ਅਫੀਸ਼ੀਅਲ ਐਂਟੀਵਾਇਰਸ ਸੀਡੀਜ਼। ਜੇ ਮੰਨ ਲਓ ਕਿਸੇ ਸੀਡੀ ਦੇ ਵਿੱਚ ਆਪਣੇ ਐਂਟੀਵਾਇਰਸ ਪਾਇਆ ਹੋਇਆ, ਠੀਕ ਹੈ ਨਾ, ਉਹਦੇ ਵਿੱਚ ਵਾਇਰਸ ਨਹੀਂ ਜਾ ਸਕਦਾ। ਠੀਕ ਹੈ ਨਾ, ਉਹਦੇ ਥਰੂ ਵਾਇਰਸ ਨਹੀਂ ਫੈਲ ਸਕਦਾ। ਉਹ ਤਾਂ ਐਂਟੀਵਾਇਰਸ ਹੈ, ਵਾਇਰਸ ਦਾ ਮਤਲਬ ਕਿ ਵਾਇਰਸ ਨੂੰ ਖਤਮ ਕਰਦਾ। ਠੀਕ ਹੈ ਨਾ, ਉਹ ਖਤਮ ਕਰਨ ਲਈ ਆਪਣੇ ਸੀਡੀ ਉਹ ਰਾਈਟ ਕੀਤੀ ਹੋਈ ਆ, ਉਹ 'ਚ ਵਾਇਰਸ ਨਹੀਂ ਐਡ ਹੋ ਸਕਦਾ। ਪ੍ਰਸ਼ਨ ਅੱਗੇ ਆ ਗਿਆ 10ਵਾਂ। ਦਿਸ ਟਾਈਪ ਆਫ ਕੰਪਿਊਟਰ ਇਜ਼ ਮੋਸਟਲੀ ਯੂਜ਼ਡ ਫॉर ਆਟੋਮੈਟਿਕ ਆਪਰੇਸ਼ਨਸ। ਇਸ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਹੈ ਕਿ ਕਿਹੜੇ ਟਾਈਪ ਦੇ ਕੰਪਿਊਟਰਾਂ ਨੂੰ ਆਟੋਮੈਟਿਕ ਆਪਰੇਸ਼ਨਸ ਲਈ ਵਰਤਿਆ ਜਾਂਦਾ। ਠੀਕ ਹੈ ਨਾ, ਮਤਲਬ ਕਿ ਆਟੋਮੈਟਿਕ ਆਪਰੇਸ਼ਨ ਕੋਈ ਵੀ ਆਪਣੇ ਆਟੋਮੈਟਿਕ ਕੰਮ ਕਰਾਉਣੇ ਆ ਉਹਨਾਂ ਲਈ ਵਰਤਿਆ ਜਾਂਦਾ। ਚਾਰੇ ਆਪਸ਼ਨ ਤੁਹਾਡੇ ਸਾਹਮਣੇ, ਸਮਾਂ ਵੀ ਸ਼ੁਰੂ ਹੋ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਹਾਈਬ੍ਰਿਡ ਕੰਪਿਊਟਰ, ਆਪਸ਼ਨ ਬੀ, ਮਤਲਬ ਕਿ ਜਿਹੜੇ ਆਟੋਮੈਟਿਕ ਆਪਰੇਸ਼ਨਸ ਲਈ ਵਰਤੇ ਜਾਂਦੇ ਆ। ਦੋਸਤੋ ਰਿਕੁਐਸਟ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰ ਦਿਓ। ਰਿਸਪੌਂਸ ਵਧੀਆ ਆਉਣਾ ਚਾਹੀਦਾ ਜਿਵੇਂ ਪਿਛਲੀ ਵੀਡੀਓ ਨੂੰ ਆਇਆ, ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ, ਅਤੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ। ਠੀਕ ਹੈ, ਬੈਲ ਆਈਕਨ ਨੂੰ ਦਬਾ ਲਓ, ਤੁਹਾਨੂੰ ਅਗਲੀ ਵੀਡੀਓ ਵੀ ਪਤਾ ਲੱਗ ਜਾਏਗਾ, ਜਦੋਂ ਆ ਜਾਏਗੀ ਨੋਟੀਫਿਕੇਸ਼ਨ ਆ ਜਾਏਗਾ। ਪ੍ਰਸ਼ਨ ਅੱਗੇ ਆ ਗਿਆ 11ਵਾਂ। PDAs ਆਰ ਆਲਸੋ ਕਾਲਡ। PDA ਨੂੰ ਆਪਾਂ ਹੋਰ ਕਿਆ ਕਹਿ ਸਕਦੇ ਹਾਂ। ਚਾਰੇ ਆਪਸ਼ਨਾਂ ਤੁਹਾਡੇ ਸਾਹਮਣੇ ਤੇ ਸਮਾਂ ਸ਼ੁਰੂ ਹੋ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ ਡੀ, ਹੈਂਡ ਹੈਲਡ। ਠੀਕ ਹੈ, PDAs ਨੂੰ ਆਪਾਂ ਹੈਂਡ ਹੈਲਡ ਵੀ ਕਹਿ ਸਕਦੇ ਹਾਂ, ਮਤਲਬ ਕਿ ਉਹ ਹੱਥ ਨਾਲ ਚੱਕ ਕੇ ਆਪਾਂ ਉਹਨੂੰ ਕਿਤੇ ਵੀ ਲੈ ਕੇ ਜਾ ਸਕਦੇ ਹਾਂ। ਠੀਕ ਹੈ ਨਾ, ਅੱਗੇ ਆ ਗਿਆ ਡੈਸ਼ ਕੰਪਿਊਟਰ ਆਰ ਲੋਅਰ ਟੂ ਮੇਨ ਫਰੇਮ ਕੰਪਿਊਟਰਸ ਇਨ ਟਰਮਸ ਆਫ ਸਪੀਡ ਐਂਡ ਸਟੋਰੇਜ ਕਪੈਸਿਟੀ। ਪ੍ਰਸ਼ਨ ਕੀ ਕਹਿੰਦਾ ਪੰਜਾਬੀ 'ਚ ਸਮਝਾਉਣਾ। ਪ੍ਰਸ਼ਨ ਇਹ ਕਹਿੰਦਾ ਕਿ ਮੇਨ ਫਰੇਮ ਕੰਪਿਊਟਰ ਤੋਂ ਕੋਈ ਛੋਟਾ ਕੰਪਿਊਟਰ ਆ ਜਿਹੜਾ ਜਿਹਦੀ ਸਪੀਡ ਥੋੜ੍ਹੀ ਜਿਹੀ ਘੱਟ ਆ ਅਤੇ ਸਟੋਰੇਜ ਕਪੈਸਿਟੀ ਵੀ ਥੋੜ੍ਹੀ ਘੱਟ ਆ, ਉਹਨੂੰ ਆਪਾਂ ਕਿਆ ਕਹਿੰਦੇ ਹਾਂ। ਠੀਕ ਹੈ ਨਾ, ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਅਤੇ ਆਨਸਰ ਤੁਸੀਂ ਦੇਣਾ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਆਪਸ਼ਨ ਏ, ਮਿੰਨੀ ਕੰਪਿਊਟਰ। ਠੀਕ ਹੈ ਨਾ, ਮਿੰਨੀ ਕੰਪਿਊਟਰ ਦੀ ਸਟੋਰੇਜ ਅਤੇ ਸਪੀਡ ਥੋੜ੍ਹੀ ਘੱਟ ਹੁੰਦੀ ਹੈ ਮੇਨ ਫਰੇਮ ਕੰਪਿਊਟਰ ਨਾਲੋਂ। ਠੀਕ ਹੈ ਨਾ, ਯਾਦ ਰੱਖਣਾ। ਸੁਪਰ ਕੰਪਿਊਟਰ ਸਾਰਿਆਂ ਦਾ ਬਾਪ ਹੁੰਦਾ। ਠੀਕ ਹੈ ਨਾ, ਇਹ ਤੁਸੀਂ ਯਾਦ ਰੱਖਣਾ। ਇਹ ਵੀ ਦੇਖ ਲੈਣਾ ਕਰੰਟ ਅਫੇਅਰ ਦੇ ਵਿੱਚ ਸੁਪਰ ਕੰਪਿਊਟਰ ਕਿਹੜਾ ਪਹਿਲੇ ਨੰਬਰ 'ਤੇ ਸਭ ਤੋਂ ਵੱਡਾ ਸੁਪਰ ਕੰਪਿਊਟਰ ਕਿਹੜਾ ਹੈ, ਕਿਹੜੇ ਦੇਸ਼ ਦਾ। ਠੀਕ ਹੈ ਨਾ, ਦੇਖਣਾ ਤੁਸੀਂ, ਇਹ ਵੀ ਜ਼ਰੂਰੀ ਆ। USB ਸਟੈਂਡਸ ਫੋਰ, 13ਵਾਂ ਪ੍ਰਸ਼ਨ ਆ ਗਿਆ USB ਸਟੈਂਡਸ ਫੋਰ। USB ਦਾ ਫੁੱਲ ਫਾਰਮ ਕਿਆ ਹੈ, ਮਤਲਬ ਕਿ ਚਾਰੇ ਆਪਸ਼ਨ ਤੁਹਾਡੇ ਸਾਹਮਣੇ। ਬਹੁਤ ਹੀ ਆਸਾਨ ਸਵਾਲ, ਹਰੇਕ ਪੇਪਰ ਦੇ ਵਿੱਚ ਆਉਂਦਾ ਹੀ ਆਉਂਦਾ ਇੱਕ ਪ੍ਰਸ਼ਨ। ਅਤੇ ਰਿਕਵੈਸਟ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਕਿੰਨੇ ਸਵਾਲ ਤੁਹਾਡੇ ਸਹੀ ਗਏ। ਮੈਨੂੰ ਉੱਥੋਂ ਹੀ ਪਤਾ ਲੱਗੇਗਾ ਕਿ ਤੁਸੀਂ ਸੀਰੀਅਸਲੀ ਵੀਡੀਓ ਦੇਖ ਰਹੇ ਹੋ ਕਿ ਨਹੀਂ। ਜੇ ਸੀਰੀਅਸਲੀ ਵੀਡੀਓ ਦੇਖੋਗੇ ਤਾਂ ਹੀ ਕਮੈਂਟ ਕਰੋਗੇ। ਕਈ ਤਾਂ ਦੇਖ ਕੇ ਕਹਿੰਦੇ ਆ ਚੱਲ ਛੱਡ ਯਾਰ ਫੇਰ ਦੇਖਾਂਗੇ, ਫੇਰ ਦੀ ਫੇਰ ਰਹਿ ਜਾਂਦੀ ਆ। ਠੀਕ ਹੈ ਨਾ, ਨਾਲ ਦੀ ਨਾਲ ਪ੍ਰੈਕਟਿਸ ਰੋਜ਼ ਸ਼ੁਰੂ ਕਰੋ। ਠੀਕ ਹੈ ਨਾ, ਆਪਾਂ ਲੈਵਲ ਵਧਾਉਂਦੇ ਜਾਣਾ ਤੁਹਾਡਾ। ਠੀਕ ਹੈ ਨਾ, ਅਤੇ ਮੌਕ ਟੈਸਟ ਹਾਰਡ ਲੈਵਲ ਦੇ ਹੋਣਗੇ, ਉਹ ਵੀ ਤੁਸੀਂ ਅਟੈਂਪਟ ਕਰਨੇ ਆ। ਪ੍ਰਸ਼ਨ 13ਵੇਂ ਲਈ ਆਨਸਰ ਹੈਗਾ ਯੂਨੀਵਰਸਲ ਸੀਰੀਅਲ ਬੱਸ। USB ਦਾ ਮਤਲਬ ਹੈਗਾ ਯੂਨੀਵਰਸਲ ਸੀਰੀਅਲ ਬੱਸ। ਅੱਗੇ ਆ ਗਿਆ ਪ੍ਰਸ਼ਨ 14ਵਾਂ। ਵਟ ਇਜ਼ ਦੀ ਮੇਨ ਫੰਕਸ਼ਨ ਆਫ ਦੀ ਕਮਾਂਡ ਇੰਟਰਪ੍ਰੈਟਰ। ਚਾਰੇ ਆਪਸ਼ਨਾਂ ਤੁਹਾਡੇ ਸਾਹਮਣੇ ਅਤੇ ਕਮਾਂਡ ਇੰਟਰਪ੍ਰੈਟਰ ਦੇ ਫੰਕਸ਼ਨਸ ਬਾਰੇ ਪੁੱਛਿਆ ਗਿਆ ਵੀ ਕਿਆ ਹੁੰਦੇ ਆ। ਸਮਾਂ ਵੀ ਸ਼ੁਰੂ ਹੋ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਟੂ ਗੈਟ ਐਂਡ ਐਗਜ਼ੀਕਿਊਟ ਦੀ ਨੈਕਸਟ ਯੂਜ਼ਰ ਸਪੈਸੀਫਾਈਡ ਕਮਾਂਡ। ਮਤਲਬ ਕਿ ਇੰਟਰਪ੍ਰੈਟਰ ਦਾ ਕੰਮ ਹੁੰਦਾ ਹੈ ਵੀ ਅਗਲੀ ਕਮਾਂਡ ਜਿਹੜੀ ਆਪਾਂ ਨੂੰ ਯੂਜ਼ਰ ਨੇ ਦਿੱਤੀ ਹੈ, ਕੰਪਿਊਟਰ ਨੂੰ ਮੰਨ ਲਓ ਅਗਲੀ ਕਮਾਂਡ ਦਿੱਤੀ ਯੂਜ਼ਰ ਨੇ। ਠੀਕ ਹੈ ਨਾ, ਉਹਨੇ ਉਹ ਇੰਟਰਪ੍ਰੈਟ ਕਰਨੀ। ਦੇਸੀ ਭਾਸ਼ਾ ਤੁਹਾਨੂੰ ਸਮਝਾ ਦਿੰਦਾ। ਮੰਨ ਲਓ ਇੱਕ ਗਾਣਾ ਆਪਾਂ ਨੇ ਲਗਾਇਆ ਹੋਇਆ DJ 'ਤੇ, ਅਤੇ ਦੂਜਾ ਗਾਣਾ ਆਪਾਂ ਨੇ ਬੈਚ ਪ੍ਰੋਸੈਸਿੰਗ ਦੇ ਪਿੱਛੇ ਪਾਇਆ ਹੋਇਆ, ਮਤਲਬ ਕਿ ਵੀ ਇਹ ਤੋਂ ਬਾਅਦ ਇਹ ਚੱਲ ਜਾਵੇ। ਮਤਲਬ ਕਿ ਹੁਣ ਗਾਣਾ ਪਹਿਲਾਂ ਖਤਮ ਹੋਇਆ ਤਾਂ ਦੂਜਾ ਗਾਣਾ ਐਟੋਮੈਟਿਕਲੀ ਚੱਕ ਲੈਣਾ। ਕਿਹਨੇ ਐਗਜ਼ੀਕਿਊਟ ਕਰਨਾ ਦੂਜਾ ਗਾਣਾ? ਇੰਟਰਪ੍ਰੈਟਰ ਨੇ। ਇੰਟਰਪ੍ਰੈਟਰ ਮੰਨ ਲਓ ਉਹਨੇ ਸਿਲੈਕਟ ਕਰ ਲਿਆ ਵੀ ਗਾਣਾ ਪਹਿਲਾਂ ਚੱਕਿਆ, ਪਹਿਲੇ ਤੋਂ ਬਾਅਦ ਦੂਜਾ ਲੱਗ ਗਿਆ ਉਹ ਜਦੇ। ਠੀਕ ਹੈ ਨਾ, ਇਹ ਕੰਮ ਆ ਵੀ ਨੈਕਸਟ ਇੰਸਟਰਕਸ਼ਨਸ ਨੂੰ ਯੂਜ਼ਰ ਨੂੰ ਉਹਨੇ ਪਹਿਲਾਂ ਲੈਣਾ, ਅਸੈਪਟ ਕਰਨਾ, ਫਿਰ ਉਹਨੂੰ ਐਗਜ਼ੀਕਿਊਟ ਕਰਨਾ। ਠੀਕ ਹੈ ਨਾ, ਅੱਗੇ ਆ ਗਿਆ ਪ੍ਰਸ਼ਨ 15ਵਾਂ। ਵਟ ਇਜ਼ ਐਨ ਆਪਰੇਟਿੰਗ ਸਿਸਟਮ। ਚਾਰੇ ਆਪਸ਼ਨ ਤੁਹਾਡੇ ਸਾਹਮਣੇ ਅਤੇ ਸਮਾਂ ਸ਼ੁਰੂ ਹੋ ਗਿਆ। ਆਪਰੇਟਿੰਗ ਸਿਸਟਮ ਬਾਰੇ ਪੁੱਛਿਆ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਆਲ ਆਫ ਦੀ ਮੈਂਸ਼ਨਡ, ਮਤਲਬ ਕਿ ਆਲ ਦੀ ਅਬਵ ਜੋ ਵੀ ਹੈ ਸਾਰੀਆਂ ਆਪਸ਼ਨਾਂ ਜਿਹੜੀਆਂ ਆਪਰੇਟਿੰਗ ਸਿਸਟਮ ਨਾਲ ਲਿੰਕਡ ਕਰਦੀਆਂ। ਪਹਿਲਾਂ ਤਾਂ ਆਪਾਂ ਪਹਿਲੀ ਆਪਸ਼ਨ ਸਮਝ ਲੈਂਦੇ ਇੰਟਰਫੇਸ ਬਿਟਵੀਨ ਹਾਰਡਵੇਅਰ ਐਂਡ ਐਪਲੀਕੇਸ਼ਨ ਪ੍ਰੋਗਰਾਮ। ਮੰਨ ਲਓ ਕੰਪਿਊਟਰ ਦੇ ਵਿੱਚ ਆਪਾਂ ਨੇ ਕੋਈ ਪ੍ਰੋਗਰਾਮ ਪਾਇਆ ਹੋਇਆ। ਠੀਕ ਹੈ ਨਾ, ਤੁਸੀਂ ਵਿੰਡੋ ਮੀਡੀਆ ਪਲੇਅਰ ਚਲਾਇਆ ਹੋਇਆ। ਠੀਕ ਹੈ ਨਾ, ਜਿਹਦੇ ਵਿੱਚ ਤੁਸੀਂ ਵੀਡੀਓ ਗਾਣੇ ਦੇਖ ਰਹੇ ਹੋ। ਠੀਕ ਹੈ ਨਾ,
ਇਹ ਆਪਰੇਟਿੰਗ ਸਿਸਟਮ ਨੇ ਹੀ ਉਹਦੇ ਵਿੱਚ ਆਪਰੇਟਿੰਗ ਸਿਸਟਮ ਦੇ ਵਿੱਚ ਹੀ ਜਾ ਕੇ ਇੰਸਟਾਲ ਹੋਣਾ ਹੈ, ਠੀਕ ਹੈ ਨਾ। ਹਾਰਡਵੇਅਰ ਅਤੇ ਕੰਪਿਊਟਰ ਦੇ ਵਿਚਕਾਰ, ਕਿਉਂਕਿ ਕੰਪਿਊਟਰ ਤਾਂ ਇੱਕ ਮਸ਼ੀਨ ਆ, ਠੀਕ ਹੈ ਨਾ, ਅਤੇ ਹਾਰਡਵੇਅਰ ਆਪਾਂ ਟੱਚ ਕਰ ਸਕਦੇ ਹਾਂ ਜਿਹਨੂੰ, ਠੀਕ ਹੈ ਨਾ। ਮਸ਼ੀਨ ਨੂੰ ਇੱਕ ਵਿੰਡੋ ਐਪਲੀਕੇਸ਼ਨ ਸੋਫਟਵੇਅਰ ਨਾਲ, ਜਿਵੇਂ ਆਪਾਂ ਜਿਹ 'ਚ ਆਪਾਂ ਗਾਣੇ ਸੁਣਨੇ ਜਾਂ, ਠੀਕ ਹੈ ਨਾ, ਮੀਡੀਆ ਪਲੇਅਰ ਆਪਾਂ ਕਹਿ ਦਿੰਦੇ ਹਾਂ, ਗਾਣੇ ਆਪਾਂ ਮੀਡੀਆ ਪਲੇਅਰ 'ਚ ਸੁਣ ਰਹੇ ਹਾਂ, ਅਤੇ ਉਹਨਾਂ ਦੋਹਾਂ ਨੂੰ ਆਪਸ ਦੇ ਵਿੱਚ ਕਿਹਨੇ ਜੋੜਨਾ, ਉਹ ਸਿਰਫ ਆਪਰੇਟਿੰਗ ਸਿਸਟਮ ਨੇ ਜੋੜਨਾ, ਠੀਕ ਹੈ ਨਾ। ਕੰਪਿਊਟਰ ਹਾਰਡਵੇਅਰ ਦੇ ਵਿੱਚ ਆਪਾਂ ਨੇ ਆਪਣੀਆਂ ਮਤਲਬ ਕਿ ਮਦਰਬੋਰਡ ਲਗਾਇਆ, ਪ੍ਰੋਸੈਸਰ ਲਗਾਇਆ, ਠੀਕ ਹੈ ਨਾ, ਉਹਦੇ ਵਿੱਚ ਆਪਣੇ ਪ੍ਰੋਗਰਾਮਿੰਗ ਕਰੀਆਂ ਹੋਈਆਂ, ਠੀਕ ਹੈ ਨਾ। ਫਿਰ ਉਹਦੇ ਵਿੱਚ ਆਪਾਂ ਨੇ ਵਿੰਡੋ ਇੰਸਟਾਲ ਕਰ ਦਿੰਦੇ ਹਾਂ, ਠੀਕ ਹੈ ਨਾ। ਵਿੰਡੋ ਇੰਸਟਾਲ ਹੋ ਗਈ, ਫਿਰ ਆਪਾਂ ਵਿੰਡੋ ਇੰਸਟਾਲ ਹੋਣ ਤੋਂ ਬਾਅਦ ਆਪਾਂ ਮੀਡੀਆ ਪਲੇਅਰ ਪਾਉਂਦੇ ਹਾਂ। ਜਦੋਂ ਮੀਡੀਆ ਪਲੇਅਰ ਪਾਇਆ ਤਾਂ ਹੀ ਤੁਹਾਡੀ ਵੀਡੀਓ ਚੱਲੀ, ਠੀਕ ਹੈ ਨਾ। ਤਾਂ ਕਰਕੇ ਇੰਟਰਫੇਸ ਪ੍ਰੋਵਾਈਡ ਕਰਾਉਂਦਾ ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਵਿਚੋਲੇ ਦਾ ਕੰਮ ਕਰਦਾ ਹਾਰਡਵੇਅਰ ਅਤੇ ਐਪਲੀਕੇਸ਼ਨ ਸੋਫਟਵੇਅਰਸ ਦੇ ਵਿਚਕਾਰ, ਠੀਕ ਹੈ ਨਾ। ਅਗਲੀ ਆਪਸ਼ਨ ਆ ਗਈ ਕਲੈਕਸ਼ਨਸ ਆਫ ਪ੍ਰੋਗਰਾਮਸ ਡੈਟ ਮੈਨੇਜਸ ਹਾਰਡਵੇਅਰ ਰਿਸੋਰਸਿਸ। ਕਹਿੰਦੇ ਹਾਰਡਵੇਅਰ ਰਿਸੋਰਸਿਸ ਦੇ ਜਿਹੜੇ ਪ੍ਰੋਗਰਾਮ ਨੂੰ ਕਲੈਕਸ਼ਨ ਆਫ ਪ੍ਰੋਗਰਾਮ ਆ, ਮਤਲਬ ਕਿ ਇਹਦੇ ਵਿੱਚ ਆਪਰੇਟਿੰਗ ਸਿਸਟਮ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮਸ ਹੁੰਦੇ ਆ, ਠੀਕ ਹੈ ਨਾ। ਜਿਵੇਂ ਫੋਲਡਰ ਦੇ ਆਪਣੀ ਡਿਸਕ ਡਰਾਈਵ ਦੇ ਵਿੱਚ ਜਾਇਓ, ਜਾਂ ਜਿਸ ਵਿੱਚ ਵੀ ਤੁਸੀਂ ਆਪਣੀ ਵਿੰਡੋ ਇੰਸਟਾਲ ਕੀਤੀ ਹੋਈ ਆ, ਉੱਥੇ ਇੱਕ ਪ੍ਰੋਗਰਾਮ ਦੀ ਫਾਈਲ ਹੋਏਗੀ। ਉਹ ਪ੍ਰੋਗਰਾਮ ਦੀ ਫਾਈਲ ਇਹ ਇੰਸਟਰਕਸ਼ਨ ਦਿੰਦੀ ਆ ਹਾਰਡਵੇਅਰ ਨੂੰ ਵੀ ਤੈਂ ਇਹ ਕੰਮ ਕਰਨਾ। ਮਾਊਸ ਨੂੰ ਉੱਥੋਂ ਤੋਂ ਮਾਊਸ ਕੀਬੋਰਡ ਜਿੰਨੇ ਵੀ ਹਾਰਡਵੇਅਰ ਲੱਗੇ ਹੋਏ ਆ, ਜੋਇਸਟਿਕ ਲੱਗਿਆ ਹੋਇਆ, ਉੱਥੋਂ ਇੰਸਟਰਕਸ਼ਨਾਂ ਮਿਲਦੀਆਂ ਵੀ ਤੂੰ ਸਾਡੇ ਕੰਪਿਊਟਰ ਨਾਲ ਜੁੜਿਆ ਹੋਇਆ ਤਾਂ ਇਹ ਕੰਮ ਕਰਨਾ, ਠੀਕ ਹੈ ਨਾ। ਉਹ ਪ੍ਰੋਗਰਾਮਸ ਦਾ ਕੰਮ ਹੁੰਦਾ, ਠੀਕ ਹੈ ਨਾ, ਕਲੈਕਸ਼ਨ ਆਫ ਪ੍ਰੋਗਰਾਮਸ ਦਾ। ਅੱਗੇ ਆ ਗਿਆ ਆਪਸ਼ਨ ਸੀ ਸਿਸਟਮ ਸਰਵਿਸ ਪ੍ਰੋਵਾਈਡਰ ਟੂ ਦੀ ਐਪਲੀਕੇਸ਼ਨ ਪ੍ਰੋਗਰਾਮ। ਜਿਹੜਾ ਸਿਸਟਮ ਸਰਵਿਸ ਆ, ਇਹ ਐਪਲੀਕੇਸ਼ਨ ਪ੍ਰੋਗਰਾਮਸ ਨੂੰ ਸਿਸਟਮ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਾਉਂਦਾ, ਇੰਸਟਰਕਸ਼ਨਸ ਦਿੰਦਾ ਐਪਲੀਕੇਸ਼ਨ ਸੋਫਟਵੇਅਰ ਨੂੰ, ਐਪਲੀਕੇਸ਼ਨ ਪ੍ਰੋਗਰਾਮ ਨੂੰ। ਜਿਵੇਂ ਐਪਲੀਕੇਸ਼ਨ ਸੋਫਟਵੇਅਰ ਕਹਿ ਦਿੰਦੇ ਆਪਾਂ MS ਆਫਿਸ, ਉਹ 'ਚ ਆਪਾਂ ਮੰਨ ਲਓ MS ਵਰਡ 'ਤੇ ਕੰਮ ਕਰ ਰਹੇ ਹਾਂ, ਠੀਕ ਹੈ ਨਾ। ਸਿਸਟਮ ਸਰਵਿਸਿਜ਼ ਉਹਨੂੰ ਪ੍ਰੋਵਾਈਡ ਕਰਾਉਂਦਾ, ਮਤਲਬ ਕਿ ਵਰਕ ਕਰਨ ਦੇ ਵਿੱਚ, ਚੱਲਣ ਦੇ ਵਿੱਚ, ਠੀਕ ਹੈ ਨਾ। ਇਹ ਸੀ ਪ੍ਰਸ਼ਨ 15ਵਾਂ। ਪ੍ਰਸ਼ਨ 16ਵਾਂ ਆ ਗਿਆ ਇਨ ਵਿੰਡੋਜ਼ ਆਪਰੇਟਿੰਗ ਸਿਸਟਮ ਸ਼ਾਰਟਕਟ ਸ਼ਿਫਟ ਪਲੱਸ ਡਿਲੀਟ ਇਜ਼ ਯੂਜ਼ਡ ਫੋਰ। ਕਹਿੰਦੇ ਵਿੰਡੋ ਆਪਰੇਟਿੰਗ ਸਿਸਟਮ ਦੇ ਵਿੱਚ ਆਪਾਂ ਸ਼ਾਰਟਕਟ ਕੀ ਵਰਤਦੇ ਹਾਂ, ਸ਼ਿਫਟ ਪਲੱਸ ਡਿਲੀਟ, ਠੀਕ ਹੈ ਨਾ। ਸ਼ਿਫਟ ਅਤੇ ਡਿਲੀਟ ਨੂੰ ਇਕੱਠਾ ਵਰਤਦੇ ਹਾਂ, ਉਹ ਕਾਹਦੇ ਵਾਸਤੇ ਵਰਤਦੇ ਹਾਂ। ਚਾਰੇ ਆਪਸ਼ਨ ਤੁਹਾਡੇ ਸਾਹਮਣੇ, ਅਤੇ ਸਮਾਂ ਸ਼ੁਰੂ ਹੋ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ ਏ, ਡਿਲੀਟ ਦੀ ਸਿਲੈਕਟਡ ਆਈਟਮ ਪਰਮਾਨੈਂਟਲੀ ਵਿਦਾਊਟ ਪਲੇਸਿੰਗ ਦੀ ਆਈਟਮ ਇਨ ਦੀ ਰੀਸਾਈਕਲ ਬਿਨ। ਹੁਣ ਦੇਖ ਲਓ, ਜਦੋਂ ਆਪਾਂ ਕੋਈ ਵੀ ਆਈਟਮ ਡਿਲੀਟ ਕਰਦੇ ਹਾਂ ਕੰਪਿਊਟਰ ਦੇ ਵਿੱਚ, ਉਹ ਇੱਕ ਵਾਰੀ ਰੀਸਾਈਕਲ ਬਿਨ 'ਚ ਜਾਂਦੀ ਹੈ। ਰੀਸਾਈਕਲ ਬਿਨ ਬਾਲਟੀ ਜੀ ਤੁਹਾਨੂੰ ਪਤਾ ਹੀ, ਹੁਣ ਡੈਸਕਟਾਪ ਦੇ ਉੱਤੇ ਆਪਾਂ ਨੂੰ ਸ਼ੋਅ ਹੁੰਦੀ ਹੈ ਕਈ ਵਾਰੀ, ਠੀਕ ਹੈ ਨਾ। ਉਹਦੇ ਵਿੱਚ ਆਪਣੀ ਹਰੇਕ ਫਾਈਲ ਡਿਲੀਟ ਕੀਤੀ ਹੋਈ ਉਹਦੇ ਵਿੱਚ ਚੱਲ ਜਾਂਦੀ ਹੈ, ਠੀਕ ਹੈ ਨਾ। ਪਰ ਆਪਾਂ ਨਹੀਂ ਚਾਹੁੰਦੇ ਵੀ ਉਹ ਰੀਸਾਈਕਲ ਬਿਨ ਦੇ ਵਿੱਚ ਫਾਈਲ ਪਈ ਰਹੇ, ਪੱਕੀ ਉਹ ਡਿਲੀਟ ਹੋ ਜਾਵੇ ਕੰਪਿਊਟਰ ਦੇ ਵਿੱਚੋਂ। ਤਾਂ ਉਹਦੇ ਲਈ ਆਪਾਂ ਨੂੰ ਉਹ ਫਾਈਲ ਦੇ ਉੱਤੇ ਜਾ ਕੇ ਸ਼ਿਫਟ ਅਤੇ ਡਿਲੀਟ ਦੋਹੇ ਬਟਨ ਦਬਾਉਣੇ ਪੈਣੇ ਆ। ਇਕੱਲਾ ਡਿਲੀਟ ਬਟਨ ਦਬਾਵੇ ਤੇ ਉਹਨੇ ਰੀਸਾਈਕਲ ਦੇ ਬਿਨ ਦੇ ਵਿੱਚ ਚੱਲ ਜਾਣਾ, ਮਤਲਬ ਤੁਹਾਡੇ ਕੰਪਿਊਟਰ ਦੇ ਵਿੱਚ ਪਈ ਹੋਊਗਾ, ਠੀਕ ਹੈ ਨਾ। ਜੇ ਸ਼ਿਫਟ ਪਲੱਸ ਡਿਲੀਟ ਦਬਾਓਗੇ, ਉਹਨੇ ਪਰਮਾਨੈਂਟਲੀ ਖਤਮ ਹੋ ਜਾਣਾ ਫਾਈਲ ਨੇ, ਠੀਕ ਹੈ ਨਾ। ਇਹ ਆਨਸਰ ਆ ਇਸ ਸਵਾਲ ਦਾ। ਅੱਗੇ ਆ ਗਿਆ ਪ੍ਰਸ਼ਨ 17ਵਾਂ ਇਨ ਵਿੰਡੋ ਆਪਰੇਟਿੰਗ ਸਿਸਟਮ ਕੰਟਰੋਲ ਪਲੱਸ ਸ਼ਿਫਟ ਵਿਦ ਐਨੀ ਆਫ ਦੀ ਐਰੋ ਕੀਜ਼। ਕਹਿੰਦੇ ਵਿੰਡੋ ਆਪਰੇਟਿੰਗ ਸਿਸਟਮ ਦੇ ਵਿੱਚ ਜਦੋਂ ਆਪਾਂ ਕਿਸੇ 4 ਐਰੋ ਕੀਆਂ ਦੇ ਵਿੱਚ, ਜਿਹੜੇ ਉੱਪਰ ਥੱਲੇ ਸੱਜੇ ਖੱਬੇ ਵਾਲੀਆਂ ਐਰੋ ਕੀਆਂ, ਉਹਨਾਂ ਦੇ ਨਾਲ ਕੰਟਰੋਲ ਅਤੇ ਸ਼ਿਫਟ ਅਤੇ ਐਰੋ ਕੀ ਨੂੰ ਦੱਬ ਲੈਂਦੇ ਹਾਂ, ਕਿਸੇ ਵੀ ਇੱਕ ਐਰੋ ਕੀ ਨੂੰ, ਤਾਂ ਕਿਆ ਹੁੰਦਾ। ਤਾਂ ਫਿਰ ਆਪਸ਼ਨਾਂ ਤੁਹਾਡੇ ਸਾਹਮਣੇ ਆਹੀ ਤੁਸੀਂ ਉਹ ਦੱਸਣਾ ਵੀ ਕਿਆ ਹੁੰਦਾ, ਠੀਕ ਹੈ ਨਾ। ਚਾਰੇ ਆਪਸ਼ਨਾਂ ਤੁਹਾਡੇ ਸਾਹਮਣੇ। ਇਸ ਸਵਾਲ ਦਾ ਸਹੀ ਉੱਤਰ ਦੱਸ ਦਈਏ ਫਿਰ। ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ ਏ, ਹਾਈਲਾਈਟ ਬਲੌਕ ਆਫ ਟੈਕਸਟ। ਮਤਲਬ ਕਿ ਜਿਹੜੇ ਟੈਕਸਟ ਆ ਉਹ ਹਾਈਲਾਈਟ ਹੋ ਜਾਂਦੇ ਆ। ਕੰਟਰੋਲ ਸ਼ਿਫਟ ਅਤੇ ਐਰੋ ਕੀ, ਜਿੱਧਰ ਨੂੰ ਤੁਸੀਂ ਐਰੋ ਨੂੰ ਸਿਲੈਕਟ ਕਰੀ ਜਾਓਗੇ ਉੱਧਰ ਨੂੰ ਉਹਨਾਂ ਨੇ ਹਾਈਲਾਈਟ ਹੁੰਦੇ ਜਾਣਾ, ਜੇ ਨੀਚੇ ਨੂੰ ਕਰੋਗੇ ਨੀਚੇ ਨੂੰ ਹਾਈਲਾਈਟ ਹੁੰਦੇ ਜਾਣਾ, ਠੀਕ ਹੈ ਨਾ, ਯਾਦ ਰੱਖਣਾ। ਪ੍ਰਸ਼ਨ ਅੱਗੇ ਆ ਗਿਆ 18ਵਾਂ ਇਨ ਵਿੰਡੋਜ਼ ਆਪਰੇਟਿੰਗ ਸਿਸਟਮ ਦੀ ਸ਼ਾਰਟਕਟ ਕੀ ਕੰਟਰੋਲ ਪਲੱਸ W ਇਜ਼ ਯੂਜ਼ਡ ਫੋਰ। ਕਹਿੰਦੇ ਵਿੰਡੋ ਆਪਰੇਟਿੰਗ ਸਿਸਟਮ ਦੇ ਵਿੱਚ ਸ਼ਾਰਟਕਟ ਕੀ ਹੈ ਜਿਹੜੀ ਕੰਟਰੋਲ ਅਤੇ W ਨੂੰ ਆਪਾਂ ਦੱਬਦੇ ਹਾਂ, ਉਹਨੂੰ ਕਾਹਦੇ ਲਈ ਵਰਤਦੇ ਹਾਂ ਆਪਾਂ, ਠੀਕ ਹੈ ਨਾ, ਸ਼ਾਰਟਕਟ ਕੀ ਨੂੰ। ਸਮਾਂ ਸ਼ੁਰੂ ਹੋ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਕਲੋਜ਼ ਦੀ ਕਰੰਟ ਵਿੰਡੋ। ਮੰਨ ਲਓ ਤੁਸੀਂ ਕੋਈ ਵੀ ਵਿੰਡੋ ਖੋਲ੍ਹੀ ਹੋਈ ਹੈ ਜਿਸ ਦੇ ਉੱਤੇ ਤੁਸੀਂ ਵਰਕ ਕਰ ਰਹੇ ਹੋ ਕੰਪਿਊਟਰ ਦੇ ਵਿੱਚ। ਮੰਨ ਲਓ ਤੁਸੀਂ D ਡਰਾਈਵ ਖੋਲ੍ਹੀ ਹੋਈ ਹੈ ਜਾਂ ਕੰਪਿਊਟਰ ਦੇ ਵਿੱਚ ਤੁਸੀਂ ਕੋਈ ਪ੍ਰੋਗਰਾਮ ਖੋਲ੍ਹਿਆ ਹੋਇਆ, ਠੀਕ ਹੈ ਨਾ, ਉਸ ਵਿੰਡੋ ਤੋਂ ਹਟ ਜਾਏਗਾ, ਠੀਕ ਹੈ ਨਾ। ਮੰਨ ਲਓ D ਡਰਾਈਵ ਖੋਲ੍ਹੀ ਹੋਈ ਸੀ, ਠੀਕ ਹੈ ਨਾ, ਉਹ ਜਦ ਤੁਸੀਂ ਕੰਟਰੋਲ ਪਲੱਸ W ਦੱਬਦਾ ਨਾ, ਉਸ ਵਿੰਡੋ ਤੋਂ ਉਹਨੇ ਪਿੱਛੇ ਚੱਲ ਜਾਣਾ, ਠੀਕ ਹੈ ਨਾ। ਉਹ ਤੋਂ ਪਹਿਲਾਂ ਵਾਲੀ ਜਿਹੜੀ ਵਿੰਡੋ ਹੋਏਗੀ, ਮੰਨ ਲਓ ਮਾਈ ਕੰਪਿਊਟਰ, ਉੱਥੇ ਚੱਲ ਜਾਣਾ ਉਹਨੇ, ਠੀਕ ਹੈ ਨਾ, ਯਾਦ ਰੱਖਣਾ।
इंपॉर्टेंट है। प्रश्न आ गया 19वां, ईच एक्सेल फाइल इज अ वर्कबुक डैट कंटेन डिफरेंट शीट्स विच ऑफ द फॉलोइंग कैन नॉट बी आ शीट इन वर्कबुक। ਕਹਿੰਦੇ ਪੰਜਾਬੀ 'ਚ ਕਹਿ ਦਿੰਦੇ ਆਪਾਂ ਐਕਸਲ, ਹਰੇਕ ਐਕਸਲ ਫਾਈਲ ਦੇ ਵਿੱਚ ਵਰਕਬੁੱਕ ਹੁੰਦੀਆਂ ਜਿਹੜੀਆਂ ਕੰਟੇਨ ਕਰਦੀਆਂ ਵਰਕਸ਼ੀਟਸ, ਠੀਕ ਹੈ ਨਾ। ਵਰਕਬੁੱਕ ਦੇ ਵਿੱਚ ਵਰਕਸ਼ੀਟਸ ਹੁੰਦੀਆਂ। ਵਿੱਚ ਆਫ ਦਾ ਫੋਲੋਇੰਗ ਕੈਨ ਨਾਟ ਬੀ ਅ ਸ਼ੀਟ ਇਨ ਵਰਕਬੁੱਕ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਵਰਕਬੁੱਕ ਆ ਜਿਹਦੇ ਵਿੱਚ ਕੋਈ ਵੀ ਇਹਨਾਂ ਦੇ ਵਿੱਚੋਂ ਕਿਹੜੀ ਸ਼ੀਟ ਵਰਕਬੁੱਕ ਦੇ ਵਿੱਚ ਨਹੀਂ ਹੁੰਦੀ। ਵਿੱਚ ਆਫ ਦਾ ਫੋਲੋਇੰਗ ਕੈਨ ਨਾਟ ਬੀ ਅ ਸ਼ੀਟ ਇਨ ਵਰਕਬੁੱਕ। ਕਹਿੰਦੇ ਆਪਾਂ ਨੂੰ ਪਤਾ ਹੀ ਹੈ ਵੀ ਐਕਸਲ ਦੇ ਵਿੱਚ ਵਰਕਬੁੱਕ ਹੁੰਦੀ ਆ। ਐਕਸਲ ਨੂੰ ਆਪਾਂ ਵਰਕਬੁੱਕ ਕਹਿ ਦਿੰਦੇ ਹਾਂ, ਠੀਕ ਹੈ ਨਾ। ਜਦੋਂ ਆਪਾਂ ਓਪਨ ਕਰਦੇ ਹਾਂ ਉਹਦੇ ਅੰਦਰ ਸ਼ੀਟਸ ਹੁੰਦੀਆਂ, ਸ਼ੀਟ 1, ਸ਼ੀਟ 2, ਸ਼ੀਟ 3, ਠੀਕ ਹੈ ਨਾ, ਸ਼ੀਟਸ ਲੱਗੀਆਂ ਹੁੰਦੀਆਂ। ਇਹਨਾਂ ਨੇ ਪੁੱਛਿਆ ਵੀ ਨੀਚੇ ਦਿੱਤੀ ਹੋਈ ਕਿਹੜੀ ਵਰਕਸ਼ੀਟ, ਮਤਲਬ ਕਿਹੜੀ ਸ਼ੀਟ ਹੁੰਦੀ ਨਹੀਂ, ਵਰਕਸ਼ੀਟ ਨਹੀਂ ਹੁੰਦੀ ਵਰਕਬੁੱਕ ਦੇ ਵਿੱਚ। ਸਮਾਂ ਸ਼ੁਰੂ ਹੋ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਆਪਸ਼ਨ ਡੀ, ਡਾਟਾ ਸ਼ੀਟ। ਡਾਟਾ ਸ਼ੀਟ ਨਹੀਂ ਹੁੰਦੀ ਐਕਸਲ ਦੇ ਵਿੱਚ ਕਦੇ ਵੀ, ਠੀਕ ਹੈ ਨਾ। ਬਾਕੀ ਹੁੰਦੀਆਂ ਵਰਕਸ਼ੀਟ, ਚਾਰਟ ਸ਼ੀਟ, ਮੈਕਰੋ ਸ਼ੀਟ, ਇਹ ਤਿੰਨੇ ਹੁੰਦੀਆਂ, ਠੀਕ ਹੈ ਨਾ। ਅੱਗੇ ਪ੍ਰਸ਼ਨ 20ਵਾਂ, ਟੂ ਰਿਟਰਨ ਦੀ ਰਿਮਾਈਂਡਰ ਆਫਟਰ ਅ ਨੰਬਰ ਇਜ਼ ਡਿਵਾਈਡਡ ਬਾਈ ਡਿਵਾਈਜ਼ਰ ਇਨ ਐਕਸਲ ਵੀ ਯੂਜ਼ ਦੀ ਫੰਕਸ਼ਨ। ਜਦੋਂ ਆਪਾਂ ਮੈਥ ਦੇ ਵਿੱਚ ਵੀ ਡਿਵਾਈਡ ਕਰਦੇ ਹਾਂ ਤਾਂ ਆਪਣਾ ਰਿਮਾਈਂਡਰ ਬਚਦਾ, ਠੀਕ ਹੈ ਨਾ, ਠੀਕ ਹੈ ਨਾ। ਬਕਾਇਆ ਜਿਹਨੂੰ ਕਹਿੰਦੇ ਹਾਂ, ਕੁਛ ਵੀ ਹੈ, ਠੀਕ ਹੈ, ਨੀਚੇ ਰਿਮਾਈਂਡਰ ਬਚ ਜਾਂਦਾ, ਠੀਕ ਹੈ ਨਾ। ਅਤੇ ਉਹ ਆਪਾਂ ਨੇ ਐਕਸਲ ਦੇ ਵਿੱਚ ਉਹੀ ਕੰਮ ਕਰਨਾ, ਮੰਨ ਲਓ ਡਿਵਾਈਡ ਕਰਨਾ, ਠੀਕ ਹੈ ਨਾ, ਅਤੇ ਬਾਅਦ 'ਚੋਂ ਤਕਸੀਮ ਕਰਨਾ ਪੰਜਾਬੀ 'ਚ ਕਹਿ ਲਓ। ਅਤੇ ਰਿਮਾਈਂਡਰ ਜਿਹੜਾ ਬਚਿਆ ਉਹ ਕਿਵੇਂ ਆਪਾਂ ਨੂੰ ਪਤਾ ਲੱਗੂਗਾ ਵੀ ਕਿੰਨਾ ਰਿਮਾਈਂਡਰ ਬਚਿਆ, ਤਾਂ ਉਹ ਮੋਡ ਫੰਕਸ਼ਨ ਆਪਾਂ ਨੂੰ ਵਰਤਣਾ ਪੈਣਾ, MOD, ਠੀਕ ਹੈ ਨਾ। ਸੌਰੀ ਮੈਂ ਤੁਹਾਨੂੰ ਪਹਿਲਾਂ ਦੱਸਤਾ, ਵੈਸੇ ਸਮਾਂ ਵੀ ਹੋ ਗਿਆ ਸੀ ਸਮਝਾਉਂਦੇ। ਅੱਗੇ ਗੱਲ ਕਰਦੇ ਪ੍ਰਸ਼ਨ 21ਵਾਂ, ਹਾਊ ਡੂ ਯੂ ਡਿਸਪਲੇ ਕਰੰਟ ਡੇਟ ਐਂਡ ਟਾਈਮ ਇਨ MS ਐਕਸਲ। ਦੋਸਤੋ ਬਹੁਤ ਹੀ ਇੰਪੋਰਟੈਂਟ ਹੈ। TCS ਨੇ ਪਿਛਲੇ ਪੇਪਰ ਦੇ ਵਿੱਚ ਫੰਕਸ਼ਨਸ ਪਾਏ ਸੀ, ਐਕਸਲ ਦੇ ਫਾਰਮੂਲੇ ਪਾਏ ਸੀ, ਤੁਸੀਂ ਯਾਦ ਰੱਖਣਾ। ਤਾਂ ਹੀ ਮੈਂ ਫਾਰਮੂਲੇ ਵੀ ਲੈ ਕੇ ਆਇਆ ਇਸ ਪ੍ਰਸ਼ਨ ਇਹਦੇ ਵਿੱਚ, ਮੌਕ ਟੈਸਟ ਦੇ ਵਿੱਚ। ਸਮਾਂ ਤੁਹਾਡਾ ਸ਼ੁਰੂ ਹੋ ਗਿਆ, ਜਲਦੀ ਜਵਾਬ ਦਿਓ। ਹਾਊ ਡੂ ਯੂ ਡਿਸਪਲੇ ਕਰੰਟ ਡੇਟ ਐਂਡ ਟਾਈਮ ਇਨ MS ਐਕਸਲ। ਮੰਨ ਲਓ MS ਐਕਸਲ ਦੇ ਕਿਸੇ ਸੈੱਲ ਦੇ ਉੱਤੇ ਤੁਸੀਂ ਕਹਿੰਦੇ ਆ ਵੀ ਕਰੰਟ ਡੇਟ 'ਤੇ ਟਾਈਮ ਆ ਜਾਵੇ, ਹੁਣ ਦਾ ਹੀ ਡੇਟ 'ਤੇ, ਅੱਜ ਦੀ ਡੇਟ 'ਤੇ ਹੁਣ ਦਾ ਹੀ ਟਾਈਮ ਆ ਜਾਵੇ, ਤਾਂ ਤੁਹਾਨੂੰ ਕਿਹੜਾ ਫੰਕਸ਼ਨ ਯੂਜ਼ ਕਰਨਾ ਪੈਣਾ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਨੌ ਫੰਕਸ਼ਨ ਆਪਾਂ ਨੂੰ ਯੂਜ਼ ਕਰਨਾ ਪੈਣਾ, ਤਾਂ ਉਹ ਕਰੰਟ ਡੇਟ 'ਤੇ ਟਾਈਮ ਆ ਜਾਏਗਾ। ਅਤੇ ਕੋਈ ਵੀ ਫੰਕਸ਼ਨ, ਇੱਕ ਹੋਰ ਪ੍ਰਸ਼ਨ ਤੁਹਾਨੂੰ ਇੱਥੇ ਕਰਾ ਦੇਵਾਂ, ਕੋਈ ਵੀ ਫੰਕਸ਼ਨ MS ਐਕਸਲ ਦੇ ਵਿੱਚ ਹਮੇਸ਼ਾ ਕਿੱਥੋਂ ਸਟਾਰਟ ਹੁੰਦਾ, ਇਕੁਅਲ ਟੂ ਤੋਂ, ਠੀਕ ਹੈ ਨਾ। ਕੋਈ ਵੀ ਫਾਰਮੂਲਾ ਇਕੁਅਲ ਟੂ ਤੋਂ ਸਟਾਰਟ ਹੋਣਾ ਹਮੇਸ਼ਾ ਹੀ, ਯਾਦ ਰੱਖਿਓ। ਇਹ ਵੀ ਪ੍ਰਸ਼ਨ ਆ ਜਾਂਦਾ, ਵਿਚ ਫੰਕਸ਼ਨ ਇਨ MS ਐਕਸਲ ਟੈਲਸ ਹਾਊ ਮੈਨੀ ਨੁਮੈਰਿਕ ਐਂਟਰੀਜ਼ ਆਰ ਦੇਅਰ। ਕਹਿੰਦੇ ਕਿਹੜੇ ਫੰਕਸ਼ਨ ਨਾਲ ਆਪਾਂ ਨੂੰ ਪਤਾ ਲੱਗਦਾ ਵੀ ਐਕਸਲ ਦੇ ਵਿੱਚ ਕਿੰਨੀਆਂ ਨੁਮੈਰੀਕਲ ਐਂਟਰੀਜ਼ ਆ, ਠੀਕ ਹੈ ਨਾ। ਸਮਾਂ ਸ਼ੁਰੂ ਹੋ ਗਿਆ, ਜਲਦੀ ਦੱਸੋ। ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ ਬੀ, ਕਾਊਂਟ ਫੰਕਸ਼ਨ ਆਪਾਂ ਨੂੰ ਪਤਾ ਲੱਗਦਾ ਕਿੰਨੀਆਂ ਨੁਮੈਰਿਕ ਐਂਟਰੀਜ਼ ਆ, ਠੀਕ ਹੈ ਨਾ, ਐਕਸਲ ਦੇ ਵਿੱਚ। ਦੀ ਫਸਟ ਨੈਟਵਰਕ ਵਾਸ ਕਾਲਡ। ਅਗਲਾ ਪ੍ਰਸ਼ਨ ਹੈ 30ਵਾਂ, ਕਹਿੰਦੇ ਪਹਿਲੇ ਨੈਟਵਰਕ ਨੂੰ ਕਿਆ ਕਿਹਾ ਜਾਂਦਾ, ਕਿਹੜਾ ਸੀ, ਕਿਆ ਕਿਹਾ ਜਾਂਦਾ ਨਹੀਂ, ਵੀ ਕਿਹੜਾ ਪਹਿਲਾ ਕੰਪਿਊਟਰ ਨੈਟਵਰਕ ਸੀ ਸਭ ਤੋਂ ਪਹਿਲਾਂ। ਦੇ ਚਾਰੇ ਆਪਸ਼ਨ ਤੁਹਾਡੇ ਸਾਹਮਣੇ, ਸਮਾਂ ਵੀ ਸ਼ੁਰੂ ਹੋ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਆਪਸ਼ਨ ਡੀ, ਅਰਪਾਨੈਟ ਕੰਪਿਊਟਰ ਦਾ ਪਹਿਲਾ ਨੈਟਵਰਕ ਸੀ। ਪ੍ਰਸ਼ਨ ਆ ਗਿਆ 24ਵਾਂ, ਦੀ ਨੈਟਵਰਕ ਲੇਅਰ ਪ੍ਰੋਟੋਕੋਲ ਫॉर ਇੰਟਰਨੈਟ ਇਜ਼ ਡੈਸ਼। ਅੱਗੇ ਅਤੇ ਟਾਈਮ ਸ਼ੁਰੂ ਹੋ ਗਏ, ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ। ਇਹ ਪੁੱਛਿਆ ਗਿਆ ਕਿ ਨੈਟਵਰਕ ਲੇਅਰ ਪ੍ਰੋਟੋਕੋਲ ਇੰਟਰਨੈਟ ਲਈ ਕਿਹੜਾ ਹੈ, ਠੀਕ ਹੈ। ਨੈਟਵਰਕ ਲੇਅਰ ਪ੍ਰੋਟੋਕੋਲ ਇੰਟਰਨੈਟ ਲਈ ਕਿਹੜਾ ਹੈ। ਇਸ ਸਵਾਲ ਦਾ ਸਹੀ ਉੱਤਰ ਹੈਗਾ ਇੰਟਰਨੈਟ ਪ੍ਰੋਟੋਕੋਲ। ਜਦੋਂ ਵੀ ਆਪਾਂ ਨੈੱਟ ਦੀ ਕਨੈਕਟੀਵਿਟੀ ਕਰਦੇ ਹਾਂ ਕੰਪਿਊਟਰ ਦੇ ਵਿੱਚ ਤਾਂ IP ਐਡਰੈਸ ਮੰਗਦਾ, ਠੀਕ ਹੈ ਨਾ। IP ਦੀ ਫੁੱਲ ਫਾਰਮ ਇਹੀ ਹੁੰਦੀ ਹੈ ਇੰਟਰਨੈਟ ਪ੍ਰੋਟੋਕੋਲ, ਠੀਕ ਹੈ ਨਾ, ਯਾਦ ਰੱਖਣਾ। ਅੱਗੇ ਆ ਗਿਆ ਪ੍ਰਸ਼ਨ 25ਵਾਂ, ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਡੈਸ਼। ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ, ਅਤੇ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਸਿਲੈਕਟ ਕਰਨਾ ਵੀ ਉਹਦਾ ਕੰਮ ਸਿਲੈਕਟ ਕਰਨਾ ਵੀ ਕਿਆ ਹੈ। ਸਮਾਂ ਸ਼ੁਰੂ ਹੋ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈ ਕਿ ਦੋਸਤੋ ਆਲ ਆਫ ਦੀ ਅਬਵ, ਮਤਲਬ ਆਲ ਦੀ ਮੈਂਸ਼ਨਡ, ਠੀਕ ਹੈ ਨਾ। ਮਤਲਬ ਕਹਿਣ ਦਾ ਮਤਲਬ ਹੈ ਕਿ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਇਜ਼ ਅ ਕਨੈਕਸ਼ਨ ਓਰੀਐਂਟਡ ਪ੍ਰੋਟੋਕੋਲ। ਮਤਲਬ ਇਹ ਕਨੈਕਸ਼ਨ ਬਣਾ ਕੇ ਰੱਖਦਾ ਹੈ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ। ਅਤੇ ਯੂਜ਼ਿਜ਼ ਆ 3 ਵੇ ਹੈਂਡਸ਼ੇਕ ਟੂ ਸਟੈਬਲਿਸ਼ ਅ ਕਨੈਕਸ਼ਨ। ਇਹ 3 ਤਰੀਕਿਆਂ ਨਾਲ ਹੈਂਡਸ਼ੇਕ ਕਰਦਾ, ਮਤਲਬ ਕਿ ਕਨੈਕਸ਼ਨ ਨੂੰ ਬਣਾਉਣ ਲਈ। ਜਿਵੇਂ ਆਪਾਂ ਹੈਂਡਸ਼ੇਕ ਕਰਦੇ ਹਾਂ ਇੱਕ ਦੂਜੇ ਬੰਦੇ ਨਾਲ ਕਨੈਕਸ਼ਨ ਬਣਾਉਣ ਲਈ, ਠੀਕ ਹੈ ਨਾ। ਹੈਂਡਸ਼ੇਕ ਕਰਨ ਦੇ ਇਹਦੇ ਕੋਲ 3 ਤਰੀਕੇ ਹੁੰਦੇ ਆ, 3 ਤਰੀਕਿਆਂ ਨਾਲ ਆਪਣਾ ਹੈਂਡਸ਼ੇਕ ਕਰਕੇ ਟਰਾਂਸਮਿਸ਼ਨ ਕੰਟਰੋਲ ਕਰਦਾ ਇਹ। ਅਤੇ ਅੱਗੇ ਆ ਗਿਆ ਰਿਸੀਵਸ ਡਾਟਾ ਫਰੋਮ ਐਪਲੀਕੇਸ਼ਨ ਐਸ ਅ ਸਿੰਗਲ ਸਟਰੀਮ। ਇੱਕ ਸਿੰਗਲ ਸਟਰੀਮ ਦੇ ਵਿੱਚ ਐਪਲੀਕੇਸ਼ਨ ਲੇਅਰ ਦੇ ਉੱਤੋਂ ਇਹ ਡਾਟਾ ਆਪਣੇ ਆਪ ਨੂੰ ਰਿਸੀਵ ਕਰ ਲੈਂਦਾ ਹੈ, ਠੀਕ ਹੈ ਨਾ। ਅੱਗੇ ਆ ਗਿਆ ਪ੍ਰਸ਼ਨ ਆ ਗਿਆ 26ਵਾਂ, ਫਰੇਮਸ ਫਰੋਮ ਉੱਪਰ, ਮਤਲਬ ਕਿ ਸਾਰੀਆਂ ਆਪਸ਼ਨਾਂ ਸਹੀ ਸੀ। ਅੱਗੇ ਆ ਗਿਆ ਪ੍ਰਸ਼ਨ 26ਵਾਂ, ਫਰੇਮਸ ਫਰੋਮ ਵਨ ਲੈਨ ਕੈਨ ਬੀ ਟਰਾਂਸਮਿਟਡ ਟੂ ਅਨਦਰ ਲੈਨ ਵੀਆ ਦੀ ਡਿਵਾਈਸ।
ਕਹਿੰਦੇ ਇੱਕ ਲੋਕਲ ਏਰੀਆ ਨੈਟਵਰਕ ਤੋਂ ਟਰਾਂਸਮਿਟ ਕਰਨਾ ਟੂ ਅਨਦਰ ਲੋਕਲ ਏਰੀਆ ਨੈਟਵਰਕ ਵੀਆ ਦੇ ਡਿਵਾਈਸ। ਕਹਿੰਦੇ ਕਿਸ ਡਿਵਾਈਸ ਰਾਹੀਂ ਇੱਕ ਲਾਈਨ ਤੋਂ ਦੂਜੇ ਲਾਈਨ ਦੇ ਵਿੱਚ ਆਪਾਂ ਫਰੇਮਸ ਨੂੰ ਮਤਲਬ ਡਾਟੇ ਨੂੰ ਟਰਾਂਸਫਰ ਕਰ ਸਕਦੇ ਹਾਂ, ਠੀਕ ਹੈ ਨਾ। ਤਾਂ ਇਸ ਸਵਾਲ ਲਈ ਉੱਤਰ ਤੁਸੀਂ ਦੇਣਾ, ਸਮਾਂ ਸ਼ੁਰੂ ਹੋ ਗਿਆ। ਇਸ ਸਵਾਲ ਲਈ ਸਹੀ ਉੱਤਰ ਹੈਗਾ ਦੋਸਤੋ ਬ੍ਰਿਜ, ਠੀਕ ਆ, ਪੁਲ, ਠੀਕ ਹੈ ਨਾ। ਮੰਨ ਲਓ ਇੱਧਰ ਤੋਂ ਡਾਟਾ ਆਪਾਂ ਨੇ ਇੱਧਰ ਟਰਾਂਸਫਰ ਕਰਨਾ, ਠੀਕ ਹੈ ਨਾ, ਇੱਥੋਂ ਤੋਂ ਏ ਤੋਂ ਬੀ ਤੱਕ ਡਾਟਾ ਲੈ ਕੇ ਜਾਣਾ, ਤਾਂ ਆਪਾਂ ਨੂੰ ਬ੍ਰਿਜ ਲਗਾਉਣਾ ਪੈਣਾ ਇਹਦੇ ਵਿਚਕਾਰ, ਠੀਕ ਹੈ ਨਾ। ਬ੍ਰਿਜ ਦੇ ਥਰੂ ਮਤਲਬ ਇਹ ਏ ਲਾਈਨ ਆ ਬੀ ਲਾਈਨ ਆ, ਇਹ ਲਾਈਨ ਤੋਂ ਬੀ ਲਾਈਨ ਦੇ ਵਿੱਚ ਡਾਟਾ ਪਹੁੰਚਾਉਣਾ ਤਾਂ ਬ੍ਰਿਜ ਲਗਾਉਣਾ ਪੈਣਾ ਆਪਾਂ ਨੂੰ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 27ਵਾਂ, ਟੈਂਪਰਿੰਗ ਵਿਦ ਕੰਪਿਊਟਰ ਸੋਰਸ ਡਾਕੂਮੈਂਟ ਇਜ਼ ਡੈਸ਼ ਅਫੈਂਸ। ਕਹਿੰਦੇ ਜੇ ਆਪਾਂ ਕਿਸੇ ਦੇ ਕੰਪਿਊਟਰ ਨਾਲ ਛੇੜਛਾੜ ਕਰਦੇ ਹਾਂ, ਟੈਂਪਰਿੰਗ ਦਾ ਮਤਲਬ ਹੁੰਦਾ ਛੇੜਛਾੜ, ਠੀਕ ਹੈ ਨਾ, ਬਿਨਾਂ ਇਜਾਜ਼ਤ ਤੋਂ ਛੇੜਛਾੜ ਕਰਨੀ, ਠੀਕ ਹੈ ਨਾ। ਤਾਂ ਕੰਪਿਊਟਰ ਦੇ ਸੋਰਸ ਡਾਕੂਮੈਂਟਸ ਨਾਲ, ਕੰਪਿਊਟਰ ਦੇ ਵਿੱਚ ਜੋ ਵੀ ਡਾਕੂਮੈਂਟ ਪਏ ਆ, ਤਾਂ ਉਹਨੂੰ ਕਿਆ ਅਪਰਾਧ, ਕਹੇ ਜਿਹਾ ਅਪਰਾਧ ਮੰਨਿਆ ਜਾਂਦਾ ਹੈ। ਚਾਰੇ ਆਪਸ਼ਨ ਤੁਹਾਡੇ ਸਾਹਮਣੇ, ਤੇ ਇਸ ਸਵਾਲ ਲਈ ਸਮਾਂ ਸ਼ੁਰੂ ਹੋ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਨੌਨ ਵੇਲੇਬਲ, ਮਤਲਬ ਕਿ ਜਿਹਦੀ ਬੇਲ ਨਹੀਂ ਹੁੰਦੀ, ਇੱਦਾਂ ਦਾ ਅਪਰਾਧ ਮੰਨਿਆ ਜਾਂਦਾ ਜਦੋਂ ਆਪਾਂ ਕਿਸੇ ਦੇ ਕੰਪਿਊਟਰ ਦੇ ਡਾਕੂਮੈਂਟਸ ਨਾਲ ਟੈਂਪਰਿੰਗ ਕਰਦੇ ਹਾਂ, ਛੇੜਛਾੜ ਕਰਦੇ ਹਾਂ। ਪ੍ਰਸ਼ਨ ਆ ਗਿਆ 28ਵਾਂ, ਐਵਰੀ ਅਪੀਲ ਟੂ ਸਾਈਬਰ ਐਪਲੇਟ ਟ੍ਰਿਬਿਊਨਲ ਸ਼ੈਲ ਵੀ ਫਾਈਲਡ ਵਿਦਿਨ ਅ ਪੀਰੀਅਡ ਆਫ, ਮਤਲਬ ਸਾਈਬਰ ਰਿਲੇਟਡ ਕੋਈ ਵੀ ਆਪਣਾ ਜੋ ਵੀ ਆਪਾਂ ਨੇ ਕੇਸ ਪਾਉਣਾ ਕੁਛ ਵੀ ਆ, ਉਹ ਸਾਈਬਰ ਐਪਲੇਟ ਟ੍ਰਿਬਿਊਨਲ ਬਣੇ ਹੋਏ ਆ, ਜਿਵੇਂ ਇਨਵਾਇਰਨਮੈਂਟ ਲਈ NGT ਬਣਿਆ ਹੋਇਆ, ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਉੱਦਾਂ ਹੀ ਸਾਈਬਰ ਐਪਲੇਟ ਟ੍ਰਿਬਿਊਨਲ ਬਣੇ ਹੋਏ ਆ, ਜਿਹਦੇ ਵਿੱਚ ਆਪਾਂ ਨੇ ਅਰਜੀ ਦਾਇਰ ਕਰਨੀ ਹੁੰਦੀ ਹੈ, ਆਪਣੀ ਅਰਜੀ ਦਰਜ ਕਰਨੀ ਹੁੰਦੀ ਆ ਵੀ ਸਾਡੇ ਨਾਲ ਇੱਦਾਂ ਮਾੜੀ ਹੋਈ, ਠੀਕ ਹੈ ਨਾ, ਸਾਡਾ ਡਾਟਾ ਚੋਰੀ ਹੋ ਗਿਆ, ਸਾਡੀ ਆਈਡੈਂਟੀਟੀ ਚੋਰੀ ਹੋ ਗਈ, ਸਾਡੇ ਕੰਪਿਊਟਰ ਦੇ ਉੱਤੇ ਅਟੈਕ ਹੋਇਆ, ਮੇਰੇ ATM 'ਚੋਂ ਪੈਸੇ ਨਿਕਲ ਗਏ, ਠੀਕ ਹੈ, ਜੋ ਵੀ ਹੈ ਸਾਈਬਰ ਰਿਲੇਟਡ ਕੁਛ ਵੀ, ਠੀਕ ਹੈ ਨਾ, ਉਹ 45 ਦਿਨ ਦੇ ਸਮੇਂ ਦੇ ਵਿੱਚ ਆਪਾਂ ਨੇ ਅਰਜੀ ਦਰਜ ਕਰਨੀ ਹੁੰਦੀ ਆ। ਪ੍ਰਸ਼ਨ ਆ ਗਿਆ 29ਵਾਂ, ਵਿੱਚ ਸੈਂਕਸ਼ਨ ਆਫ IT ਐਕਟ ਡੀਲ ਵਿਦ ਦੀ ਲੀਗਲ ਰਿਕੋਗਨਾਈਜੇਸ਼ਨ ਆਫ ਇਲੈਕਟ੍ਰੋਨਿਕ ਰਿਕਾਰਡ। ਇਹ 'ਚ ਇਹ ਪੁੱਛਿਆ ਗਿਆ ਕਿ IT ਐਕਟ ਜਿਹੜਾ ਵੀ 2000 ਦਾ ਇਹਦਾ ਅਤੇ IT ਐਕਟ ਦੇ ਵਿੱਚ ਇਹ ਪੁੱਛਿਆ ਗਿਆ ਕਿ ਇਲੈਕਟ੍ਰੋਨਿਕ ਰਿਕਾਰਡ ਦੀ ਲੀਗਲ ਰਿਕੋਗਨਾਈਜੇਸ਼ਨ ਕਿਹੜੇ ਸੈਕਸ਼ਨ ਦੇ ਅੰਡਰ ਆਉਂਦੀ ਆ, ਠੀਕ ਹੈ ਨਾ। ਇਲੈਕਟ੍ਰੋਨਿਕ ਰਿਕਾਰਡ ਮਤਲਬ ਜਿਹੜੇ ਆਪਾਂ ਨੇ ਕੰਪਿਊਟਰ ਦੇ ਵਿੱਚ ਸਟੋਰ ਕਰੇ ਹੋਏ ਆ, ਉਹਨਾਂ ਦੀ ਲੀਗਲ ਰਿਕੋਗਨਾਈਜੇਸ਼ਨ ਕਿਸ ਐਕਟ ਦੇ ਸੈਕਸ਼ਨ ਦੇ ਅੰਡਰ ਆਉਂਦੀ ਹੈ, IT ਐਕਟ 2000 ਦੇ ਵਿੱਚ ਇਹ ਪੁੱਛਿਆ ਗਿਆ। ਚਾਰੇ ਆਪਸ਼ਨ ਤੁਹਾਡੇ ਸਾਹਮਣੇ, ਤੇ ਇਸ ਸਵਾਲ ਹੀ ਸਮਾਂ ਸ਼ੁਰੂ ਹੋ ਗਿਆ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਆਪਸ਼ਨ ਏ ਸੈਕਸ਼ਨ 4, ਠੀਕ ਹੈ ਨਾ। ਸੈਕਸ਼ਨ 4 ਦੇ ਤਹਿਤ ਸੈਕਸ਼ਨ 4 ਆਫ IT ਐਕਟ 2000 ਦੇ ਵਿੱਚ ਇਲੈਕਟ੍ਰੋਨਿਕ ਰਿਕਾਰਡ ਨੂੰ ਲੀਗਲ ਰਿਕੋਗਨਾਈਜੇਸ਼ਨ ਮਿਲੀ ਹੋਈ ਆ। ਪ੍ਰਸ਼ਨ ਆ ਗਿਆ 30ਵਾਂ, ਬਟ ਇਸ ਦੀ ਪੈਨਲਟੀ ਫॉर ਡਿਸਟਰਾਇੰਗ ਕੰਪਿਊਟਰ ਸੋਰਸ ਕੋਡ। ਜੇ ਕਿਸੇ ਕੰਪਿਊਟਰ ਦਾ ਆਪਾਂ ਨੇ ਸੋਰਸ ਕੋਡ ਨੂੰ ਡਿਸਟਰਾਏ ਕਰਤਾ, ਠੀਕ ਹੈ ਨਾ, ਸੋਰਸ ਕੋਡ ਨੂੰ ਡਿਸਟਰਾਏ ਕੀਤਾ, ਤਾਂ ਕਿਆ ਪੈਨਲਟੀ ਆਪਾਂ ਨੂੰ ਲੱਗ ਸਕਦੀ ਆ। ਸਮਾਂ ਸ਼ੁਰੂ ਹੋ ਗਿਆ, ਆਪਸ਼ਨ ਤੁਹਾਡੇ ਸਾਹਮਣੇ ਆ। ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ 3 ਈਅਰ ਇੰਪ੍ਰਿਜ਼ਨਮੈਂਟ ਔਰ 2 ਲੱਖ ਪੈਨਲਟੀ ਔਰ ਬੋਥ। ਕਹਿੰਦੇ ਮਤਲਬ ਕਿ ਜੇ ਤੁਸੀਂ ਕੰਪਿਊਟਰ ਦਾ ਸੋਰਸ ਕੋਡ, ਜਿਹਦੇ ਵਿੱਚ ਕੰਪਿਊਟਰ ਸਾਰਾ ਮਤਲਬ ਚੱਲ ਰਿਹਾ, ਉਹਦੇ ਬੈਕ ਐਂਡ 'ਤੇ ਸੋਰਸ ਕੋਡ ਆ ਉਹਦਾ, ਠੀਕ ਹੈ, ਉਹਦੇ ਨਾਲ ਛੇੜਛਾੜ ਕਰਦੇ ਆ, ਠੀਕ ਹੈ ਨਾ, ਉਹਨੂੰ ਡਿਸਟਰਾਏ ਕਰਦੇ ਆ, ਤਾਂ ਤੁਹਾਨੂੰ 3 ਸਾਲ ਦੀ ਸਜ਼ਾ ਜਾਂ 2 ਲੱਖ ਦੀ ਪੈਨਲਟੀ ਵੀ ਹੋ ਸਕਦੀ ਹੈ, ਜਾਂ ਦੋਨੋਂ ਵੀ ਹੋ ਸਕਦੀਆਂ, ਠੀਕ ਹੈ ਨਾ, ਠੀਕ ਹੈ। ਇੱਦਾਂ ਦਾ ਕੁਛ ਕਰਨਾ ਨਹੀਂ ਹੈਗਾ। ਅਤੇ ਦੋਸਤੋ ਵੀਡੀਓ ਵਿੱਚ ਅੱਜ ਇੰਨਾ ਕਿ ਸੀ, ਆਪਾਂ ਇੱਦਾਂ ਹੀ ਤੁਹਾਡੇ ਲਈ ਰੋਜ਼ਾਨਾ 2 ਮੌਕ ਟੈਸਟ ਲੈ ਕੇ ਆਵਾਂਗੇ, ਪਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਮਤਲਬ ਕਿ ਹੁਣ ਆਪਾਂ 2 ਮੌਕ ਟੈਸਟ ਲੈ ਕੇ ਆਵਾਂਗੇ, ਅੱਜ ਸ਼ਾਮ ਨੂੰ ਵੀ ਲੈ ਕੇ ਆਊਂਗਾ, ਠੀਕ ਹੈ ਨਾ। ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਵੱਧ ਤੋਂ ਵੱਧ, ਅਤੇ ਚੈਨਲ ਨੂੰ ਜ਼ਰੂਰ ਜੁਆਇਨ ਕਰਨਾ ਜੇ ਤੁਸੀਂ ਪ੍ਰੈਕਟਿਸ ਟੈਸਟ ਲੈਣੇ ਆ, ਜਿਨ੍ਹਾਂ ਦੇ ਉੱਤੇ ਤੁਸੀਂ ਆਪਣਾ ਜਾ ਕੇ ਕੌਨਫੀਡੈਂਸ ਵਧਾਉਣਾ, ਠੀਕ ਹੈ ਨਾ। ਅਤੇ ਮੈਨੂੰ ਤਾਂ ਹੈਗਾ ਕੌਨਫੀਡੈਂਸ, ਹੁਣ ਤੁਹਾਨੂੰ ਕੌਨਫੀਡੈਂਸ ਤਾਂ ਹੀ ਆਉਣਾ, ਮੈਨੂੰ ਤਾਂ ਪਤਾ ਵੀ ਮੈਂ ਕਿਸ ਲੈਵਲ ਦੇ ਤੁਹਾਡੇ ਲਈ ਮੌਕ ਟੈਸਟ ਤਿਆਰ ਕੀਤੇ ਆ, ਠੀਕ ਹੈ ਨਾ। ਦੇ ਕੇ ਦੇਖਿਓ ਇੱਕ ਵਾਰੀ, ਪਤਾ ਲੱਗ ਜਾਏਗਾ ਆਪਾਂ ਨੂੰ ਆਪਣੇ ਪਾਣੀ ਦਾ ਵੀ ਆਪਾਂ ਕਿੰਨੇ ਕੁ ਪਾਣੀ ਮਤਲਬ ਦਮ ਰੱਖਦੇ ਹਾਂ, ਠੀਕ ਹੈ ਨਾ, ਕਿੰਨੀ ਕੁ ਆਪਣੀ ਤਿਆਰੀ ਹੈ, ਠੀਕ ਹੈ ਨਾ। ਅਤੇ ਬਸ ਹੋਰ ਤਾਂ ਕਿਆ ਕਹਿਣਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਬਸ। ਧੰਨਵਾਦ।